सत श्री अकाल। इंडिया न्यूज़ पंजाब देख रहे तमाम दर्शकों का स्वागत है। मैं नवीन कुमार। पिछले दिनी 6 साला एक बच्चा बोरवेल च डिग गया सी, जिस तो बाद हस्पताल च उन्होंने लिजांदा गया और उसकी मौत हो गई। पर यह मामला कईयां दे बड़े सवाल खड़े कर गया है। सो आओ नज़र मारते हैं, यह सारा मामला है की सी। बीते दिनी पंजाब भर ने दिल दहलाउण वाला मामला देखा, जिसने सब दे दिलों नूं झंझोड़ के रख दिता। हुशियारपुर के गर्दीवाला खेतर के पिंड बहरामपुर च रितिक नाम के बच्चे की 100 फुट बोरवेल च डिगण कारण मौत हो गई, जो कि महज 6 साल का सी। अपने दिल के टुकड़े के चले जाने तो बाद परिवार वालियां दा रो रो के बुरा हाल है। उन्होंने समझ ही नहीं आ रहा कि वो की करन। इन्होंने ਜਿਹੀ जान सवेर वेले खेडदी बोरवेल च डिग गई, जिस तो बाद पुलिस ते NDRF ਦੀਆਂ ਟੀਮਾਂ ਬੱਚੇ ਨੂੰ ਬਚਾਉਣ ਚ ਲੱਗੀਆਂ ਹੋਈਆਂ ਸਨ ਤੇ ਉਸ ਨੂੰ ਸ਼ਾਮ ਵੇਲੇ बोरवेल ਵਿੱਚੋਂ 8 ਘੰਟੇ ਦੇ ਵਿੱਚ ਕੱਢ ਵੀ ਲਿਆ ਗਿਆ। पर अफसोस अस्पताल पहुंचने के बावजूद भी ये मासूम अपनी जिंदगी की जंग हार गया ते अपने परिवार वालियां लई कदे ना पूरा होने वाला घाटा पा गया। रितिक आप तो इस दुनिया नूं अलविदा कह गया है, पर लोकां लई ते मुख तौर ते प्रशासन लई वड्डे सवाल छड़ गया। सब तो वड्डा ते अहम सवाल ये खड़ा हुंदा है कि अजिहियां घटनावां दा असल जिम्मेवार कौन है। वो आम लोग जो इन्हां बोरवेलां नूं खोदण तो बाद इंज ही खुला छड़ दिंदे ने, जां फिर प्रशासन जो इन्हां खुले पे बोरवेलां नूं नहीं पड़ता ते ना ही खोदण वाले लोकां ते कोई कार्रवाई करदा है, जिस कारण अजिहियां घटनावां लगातार वापरदियां ने। 2019 ਵਿੱਚ NDRF ਵੱਲੋਂ ਜਾਰੀ ਕੀਤੇ ਗਏ ਡਾਟਾ ਅਨੁਸਾਰ 2009 ਤੋਂ ਲੈ ਕੇ ਸਾਲ 2019 ਤੱਕ ਹੀ ਸਿਰਫ 40 ਬੱਚਿਆਂ ਦੀ ਬੋਰਵੈਲ 'ਚ ਡਿੱਗਣ ਕਾਰਨ ਮੌਤ ਹੋ ਗਈ ਸੀ ਤੇ ਬੋਰਵੈਲ 'ਚ ਡਿੱਗਣ ਵਾਲੇ ਬੱਚਿਆਂ ਨੂੰ ਬਚਾਉਣ ਲਈ ਚਲਾਏ ਜਾਣ ਵਾਲੇ 70% ਦੇ ਆਪਰੇਸ਼ਨ ਫੇਲ ਹੁੰਦੇ ਨੇ ਤੇ ਰੈਸਕਿਊ ਦੀਆਂ ਟੀਮਾਂ ਬੱਚਿਆਂ ਦੀਆਂ ਜਾਨਾਂ ਬਚਾਉਣ 'ਚ ਅਸਫਲ ਰਹਿੰਦੀਆਂ ਨੇ। बोरवेला कारण होने वाले हादसे हमेशा ही कुछ अणगहलियां कारण वापरते हैं, ਜਦੋਂ बोरवेला ਨੂੰ ਵਰਤਣ ਤੋਂ ਬਾਅਦ ਇੰਜ ਹੀ ਬਿਨਾਂ ਭਰੇ ਜਾਂ ਢੱਕੇ ਛੱਡ ਦਿੱਤਾ ਜਾਂਦਾ ਹੈ ਜਾਂ ਫਿਰ ਹੋਰ ਅਣਗਹਿਲੀਆਂ। ਭਾਰਤ ਭਰ ਦੇ ਵਿੱਚ 2.7 ਕਰੋੜ ਦੇ ਕਰੀਬ ਬੋਰਵੈਲ ਨੇ ਤੇ ਇਹਨਾਂ ਵਿੱਚੋਂ ਕਈਆਂ ਨੂੰ ਇੰਜ ਹੀ ਖੁੱਲਾ ਛੱਡਿਆ ਗਿਆ ਹੈ। ਕਿਉਂਕਿ ਪਾਣੀ ਸੂਬਿਆਂ ਦਾ ਵਿਸ਼ਾ ਹੈ, ਇਸ ਲਈ ਛੱਡੇ ਗਏ ਬੋਰਵੈਲਾਂ ਦਾ ਕੋਈ ਰਾਸ਼ਟਰੀ ਪੱਧਰ ਤੇ ਡਾਟਾਬੇਸ ਮੌਜੂਦ ਹੀ ਨਹੀਂ ਹੈ। ਹਾਲਾਂਕਿ ਫਰਵਰੀ 2010 ਦੇ ਵਿੱਚ ਸੁਪਰੀਮ ਕੋਰਟ ਨੇ बोरवेलों की खुदाई ਲਈ कुछ दिशा निर्देश भी जारी किए सन, पर फिर भी लोगों वालों अणगहली कारण कई मासूमां नूं अपनी जान गवानी पैंदी है ते इन्हां बोरवेलों के 92% पीड़ित बच्चे 10 साल तो भी छोटे हुंदे ने। सरकारी अंकड़िਆਂ अनुसार भारत धरती हेठला पानी का दुनिया का सब तो वड्डा उपभोक्ता है ते अजिहे हादसे इस गल का साफ प्रतीक ने कि इन्हां विचों जिहड़े बोरवेल खोदे जांदे ने उन्हां नूं अजे भी खुले छड्डिया गया है। ਹੁਣ ਤੱਕ ਰਿਤਿਕ ਵਰਗੇ ਕਈ ਮਾਸੂਮ ਇਹਨਾਂ ਬੋਰਵੈਲਾਂ ਕਾਰਨ ਆਪਣੀ ਜਾਨ ਗਵਾ ਚੁੱਕੇ ਨੇ ਤੇ ਅਜਿਹਾ ਵੀ ਨਹੀਂ ਹੈ ਕਿ ਲੋਕ ਜਾਂ ਪ੍ਰਸ਼ਾਸਨ ਇਸ ਸਮੱਸਿਆ ਤੋਂ ਅਣਜਾਣ ਨੇ, ਪਰ ਫਿਰ ਵੀ ਅਜਿਹੀਆਂ ਘਟਨਾਵਾਂ ਵਾਪਰਨੀਆਂ ਹਰ ਕਿਸੇ ਤੇ ਵੱਡੇ ਸਵਾਲ ਖੜਾ ਕਰਦੀਆਂ ਨੇ। ਬੱਚੇ ਇਹਨਾਂ ਵਿੱਚ ਡਿੱਗਦੇ ਰਹਿੰਦੇ ਨੇ ਤੇ ਅੰਕੜਿਆਂ ਵਿੱਚ ਬਦਲਦੇ ਰਹਿੰਦੇ ਨੇ, ਪਰ ਕੋਈ ਵੀ ਇਸ ਸਮੱਸਿਆ ਨੂੰ ਸਹੀ ਕਰਨ ਲਈ ਤਿਆਰ ਹੀ ਨਹੀਂ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਰਿਤਿਕ ਦੀ ਮੌਤ ਤੋਂ ਕੋਈ ਸਬਕ ਲੈਂਦੀ ਹੈ ਜਾਂ ਫਿਰ ਰਿਤਿਕ ਵੀ ਇਹਨਾਂ ਅੰਕੜਿਆਂ ਵਿੱਚੋਂ ਹੀ ਇੱਕ ਬਣ ਕੇ ਰਹਿ ਜਾਂਦਾ ਹੈ। बीते दिनी पंजाब भर ने दिल दहलाउण वाला मामला देखा, जिसने सब दे दिलों नूं झंझोड़ दिया। सो इस घटना ने सारिਆਂ ਨੂੰ ਕੱਲ ਝੰਜੋੜ ਕੇ ਰੱਖ ਦਿੱਤਾ। ਇਸ ਤੋਂ ਬਾਅਦ ਪੰਜਾਬ ਦੇ ਵਿੱਚ ਫਿਰ ਤੋਂ ਇੱਕ ਵਾਰ ਇਹ ਚਰਚਾ ਚੱਲੀ ਕਿ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਨਾਲ ਮਾਸੂਮ ਬੱਚਿਆਂ ਨੇ ਆਪਣੀ ਜਾਨ ਗਵਾਈ ਹੈ। ਹੋਰ ਕਿੰਨੇ ਰਿਤਿਕ ਜਿਹੜੇ ਨੇ ਉਹ ਸਾਡੇ ਕੋਲੋਂ ਇਸੇ ਤਰ੍ਹਾਂ ਜਾਨ ਗਵਾਣਗੇ ਔਰ ਸਾਡੀਆਂ ਅਣਗਹਿਲੀਆਂ ਦੇ ਕਰਕੇ ਇਹਨਾਂ ਬੱਚਿਆਂ ਨੂੰ ਜਾਨ ਕਿਉਂ ਗਵਾਣੀ ਪਵੇ। ਸੋ ਇਹ ਗੱਲ ਪਹਿਲਾਂ ਵੀ ਹੋਈ ਸੀ ਜਦੋਂ ਫਤਿਹ ਸਿੰਘ ਦਾ ਮਾਮਲਾ ਹੋਇਆ ਸੀ, ਜਿਹਦੇ ਵਿੱਚ ਇੱਕ ਬੋਰਵੈਲ ਦੇ ਵਿੱਚ ਗਿਰਨ ਦੇ ਨਾਲ ਉਸ ਬੱਚੇ ਦੀ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਸ਼ਾਇਦ ਪੰਜਾਬ ਦੇ ਵਿੱਚ ਜਿੱਦਾਂ ਦਾ ਮਾਹੌਲ ਬਣਿਆ ਹੈ, ਲੋਕ ਜ਼ਰੂਰ ਇਹਦੇ ਲਈ ਜਾਗਰੂਕ ਹੋਏ ਹੋਣਗੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਐਸੀਆਂ ਗਲਤੀਆਂ ਜਿਹੜੀਆਂ ਉਹ ਨਹੀਂ ਹੋਣਗੀਆਂ। ਪਰ ਫਿਰ ਵੀ ਕੱਲ ਦੀ ਜਿਹੜੀ ਘਟਨਾ ਹੋਈ ਹੈ, ਰਿਤਿਕ ਦੀ ਮੌਤ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਕਿਉਂਕਿ ਇਹ ਮੌਤ ਕੋਈ ਮਾਮੂਲੀ ਨਹੀਂ ਹੈ। ਸਾਡੇ ਉੱਪਰ, ਸਾਡੇ ਆਮ ਲੋਕਾਂ ਦੇ ਉੱਪਰ
ਸਾਡੀ ਜ਼ਿੰਦਗੀ ਦੇ ਉੱਪਰ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਸਾਨੂੰ ਸਭ ਨੂੰ ਆਪਣੀ ਜ਼ਿੰਦਗੀ ਦੇ ਨਾਲ ਬੜਾ ਪਿਆਰ ਹੈ ਤੇ ਸਾਨੂੰ ਇਹ ਕੋਈ ਹੱਕ ਨਹੀਂ ਕਿ ਅਸੀਂ ਕਿਸੇ ਦੀ ਜ਼ਿੰਦਗੀ ਨੂੰ ਖੋ ਲਈਏ। ਸੋ ਇਸ ਗੱਲਾਂ ਕਰਕੇ ਬਹੁਤ ਅੱਜ ਦੀ ਜਿਹੜੀ ਸਾਡੀ ਚਰਚਾ ਦਾ ਵਿਸ਼ਾ ਹੈ ਉਹ ਇਹੀ ਹੈ ਕਿ ਇਹਨਾਂ ਮੌਤਾਂ ਦਾ ਅਸਲ ਜ਼ਿੰਮੇਵਾਰ ਕੌਣ ਹੈ। ਕੌਣ ਹੈ ਇਹਨਾਂ ਮੌਤਾਂ ਦਾ ਅਸਲ ਜ਼ਿੰਮੇਵਾਰ ਕਿ ਇਹਨਾਂ ਬੱਚਿਆਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪੈ ਰਹੇ ਨੇ। ਕਿਉਂ ਨਹੀਂ ਇਹਨਾਂ ਦੇ ਉੱਪਰ ਪ੍ਰਸ਼ਾਸਨ ਕੋਈ ਸਖਤ ਕਾਨੂੰਨ ਬਣਾਉਂਦਾ? ਕਿਉਂ ਨਹੀਂ ਇਹਦੇ ਉੱਤੇ ਲੋਕ ਅਵੇਅਰ ਹੁੰਦੇ? ਹਾਲਾਂਕਿ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ, ਆਪਣੇ ਹੱਕਾਂ ਨੂੰ ਲੈ ਕੇ, ਪੰਜਾਬ ਦੇ ਹੋਣ ਚਾਹੇ ਭਾਰਤ ਦੇ ਹੋਣ, ਆਪਣੀਆਂ ਹੱਕਾਂ ਨੂੰ ਲੈ ਕੇ, ਆਪਣੀਆਂ ਮੰਗਾਂ ਨੂੰ ਲੈ ਕੇ ਅਸੀਂ ਸਭ ਲੋਕ ਬੜੇ ਅਵੇਅਰ ਹਾਂ। ਤੇ ਫਿਰ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਉਂ ਭੱਜ ਰਹੇ ਹਾਂ? ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਉਸੇ ਤਰ੍ਹਾਂ ਸਮਝਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਆਪਣੇ ਹੱਕਾਂ ਨੂੰ ਸਮਝਦੇ ਹਾਂ। ਜੇਕਰ ਸਾਡੇ ਹੱਕ ਸਾਨੂੰ ਲੱਗਦਾ ਕਿ ਇਹਨਾਂ ਸਾਡੇ ਹੱਕਾਂ ਦੇ ਉੱਤੇ ਕੋਈ ਡਾਕਾ ਮਾਰ ਰਿਹਾ ਤੇ ਸਾਡੀਆਂ ਜ਼ਿੰਮੇਵਾਰੀਆਂ ਦੇ ਉੱਤੇ ਕੋਈ ਡਾਕਾ ਨਹੀਂ ਮਾਰ ਰਿਹਾ, ਪਰ ਕਈਆਂ ਦੀਆਂ ਜਾਨਾਂ ਜਾ ਰਹੀਆਂ ਨੇ। ਸੋ ਇਹਨਾਂ ਗੱਲਾਂ ਦੇ ਉੱਤੇ ਧਿਆਨ ਰੱਖਦੇ ਹੋਏ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਦੇ ਪ੍ਰਤੀ ਸੁਚੇਤ ਹੋਣਾ ਪਏਗਾ। ਇਹਨਾਂ ਮੌਤਾਂ ਦਾ ਅਸਲ ਜ਼ਿੰਮੇਵਾਰ ਕੌਣ ਹੈ, ਇਹਦੇ ਬਾਰੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਸਾਡੇ ਮਹਿਮਾਨ ਜੁੜਨਗੇ ਅਤੇ ਉਹਨਾਂ ਦੇ ਨਾਲ ਅਸੀਂ ਇਹਦੇ ਉੱਤੇ ਗੱਲਬਾਤ ਕਰਾਂਗੇ ਕਿ ਸਾਡੇ ਨਾਲ ਜਿਹੜੇ ਸਾਡੇ ਮਹਿਮਾਨ ਜੁੜਨਗੇ ਉਹਨਾਂ ਤੋਂ ਅਸੀਂ ਇਹੀ ਗੱਲਾਂ ਪੁੱਛਾਂਗੇ ਕਿ ਤੁਹਾਨੂੰ ਕੌਣ ਲੱਗਦਾ ਇਹਦਾ ਅਸਲ ਜ਼ਿੰਮੇਵਾਰ ਕੌਣ ਹੈ। ਕਾਂਗਰਸ ਪਾਰਟੀ ਤੋਂ ਸਾਡੇ ਨਾਲ ਜਗਮੀਤ ਢਿੱਲੋਂ ਜੁੜੇ ਨੇ। ਢਿੱਲੋਂ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਕੱਲ ਦੀ ਜਿਹੜੀ ਘਟਨਾ ਹੋਈ ਹੈ ਉਹਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਆਖਰ ਕਦੋਂ ਤੱਕ ਇਸੇ ਤਰ੍ਹਾਂ ਜਿਹੜੇ ਰਿਤਿਕ ਨੇ ਉਹ ਜਾਨਾਂ ਗਵਾਉਂਦੇ ਰਹਿਣਗੇ? ਜਗਮੀਤ ਢਿੱਲੋਂ ਜੀ। ਜੀ ਦੇਖੋ, ਮੇਰੇ ਹਿਸਾਬ ਨਾਲ ਜਿਹੜੀ ਕੱਲ ਘਟਨਾ ਹੋਈ ਉਹ ਬਹੁਤ ਹੀ ਮੰਦਭਾਗੀ ਸੀ। ਇਹ ਸਿਰਫ ਤੇ ਸਿਰਫ ਇੱਕ ਜਿਹੜਾ ਬੱਚਾ ਅਣਜਾਣ ਸੀ ਕਿ ਜਿਸ ਨੂੰ ਹਾਲੇ ਦੁਨੀਆਦਾਰੀ ਦੀ ਸਮਝ ਵੀ ਨਹੀਂ, ਜਿਸ ਨੂੰ ਇਹ ਵੀ ਨਹੀਂ ਪਤਾ ਕਿ ਸ਼ਾਇਦ ਬੋਰਵੈਲ ਕੀ ਹੁੰਦਾ ਹੈ, ਉਸ ਦੀ ਡੂੰਘਾਈ ਕਿੰਨੀ ਹੁੰਦੀ ਹੈ, ਉਸ ਦੇ ਕੋਲ ਜਾਣਾ ਕਿੰਨਾ ਖਤਰਨਾਕ ਹੁੰਦਾ ਹੈ। ਕਿ ਇੱਕ ਕਾਨੂੰਨ ਵੀ ਜਿਹੜਾ ਸਾਡਾ ਕਹਿੰਦਾ ਹੈ ਕਿ ਅਗਰ ਕੋਈ 18 ਸਾਲ ਤੋਂ ਥੱਲੇ ਹੈ ਤਾਂ ਨਾਬਾਲਿਗ ਹੈ, ਉਸਨੂੰ ਇਹ ਸਮਝ ਨਹੀਂ ਕਿ ਉਹ ਕੀ ਕਰਦਾ ਹੈ ਜਾਂ ਕੀ ਨਹੀਂ ਕਰਦਾ ਜੀ। ਸਭ ਤੋਂ ਵੱਡੀ ਇੱਥੇ ਅਗਰ ਕਿਸੇ ਦੀ ਜ਼ਿੰਮੇਵਾਰੀ ਹੈ ਤਾਂ ਮੈਂ ਸਮਝਦਾ ਕਿ ਜਿਹੜਾ ਉੱਥੋਂ ਦਾ ਓਨਰ ਸੀ ਜਿਸਨੇ ਉਹ ਬੋਰਵੈਲ ਖੁੱਲਾ ਛੱਡਿਆ ਸੀ, ਮੈਂ ਸਮਝਦਾ ਉਸ ਦੇ ਖਿਲਾਫ ਪਹਿਲਾਂ ਵੀ ਪੰਜਾਬ ਵਿੱਚ ਇਦਾਂ ਦੇ ਕਾਂਡ ਹੋਏ ਨੇ, ਅੱਜ ਵੀ ਹੋ ਰਹੇ ਨੇ। ਅਗਰ ਐਤਕੀ ਵੀ ਐਕਸ਼ਨ ਨਹੀਂ ਹੁੰਦਾ ਤਾਂ ਅੱਗੇ ਵੀ ਹੋਣਗੇ। ਉਹਦੇ ਖਿਲਾਫ ਮੇਰੇ ਹਿਸਾਬ ਨਾਲ ਨੈਗਲੀਜੈਂਸ ਐਕਟ ਦੇ ਤਹਿਤ 304A ਦਾ ਉਹਦੇ ਖਿਲਾਫ ਮੁਕੱਦਮਾ ਦਰਜ ਹੋਣਾ ਚਾਹੀਦਾ, ਜੋ ਮੈਂ ਮੰਨਦਾ ਹੈ, ਤਾਂ ਕਿ ਇੱਕ ਸਰਕਾਰ ਸੁਨੇਹਾ ਦੇਵੇ ਕਿ ਜੇ ਅਜਿਹੀ ਕਾਰਵਾਈ ਜਿਹੜੀ ਹੈ ਦੁਬਾਰਾ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਸ ਤੋਂ ਅੱਗੇ ਮੈਂ ਸਮਝਦਾ ਕਿ ਸਾਡੇ ਜਿਹੜੇ ਬੱਚੇ ਨੇ ਛੋਟੇ, ਕਿਤੇ ਨਾ ਕਿਤੇ ਉਹਨਾਂ ਦੀ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਜੀ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ, ਕਿ ਉਹ ਆਪਣੇ ਬੱਚਿਆਂ ਦੇ ਕੋਲ ਰਹਿਣ, ਕਿ ਉਹ ਕਿੱਥੇ ਖੇਡਦੇ ਨੇ, ਕਿਹਨਾਂ ਨਾਲ ਖੇਡਦੇ ਨੇ, ਅਤੇ ਉਹ ਅਗਰ ਕਿਸੇ ਜਗ੍ਹਾ ਤੇ ਨੇ ਕਿਤੇ ਉੱਥੇ ਕੋਈ ਖਤਰਾ ਤਾਂ ਨਹੀਂ। ਸਿਰਫ ਬੋਰਵੈਲ ਦਾ ਹੀ ਨਹੀਂ, ਕਈ ਵਾਰ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਬੱਚੇ ਬਿਜਲੀ ਕੋਲ ਚਲ ਜਾਂਦੇ ਨੇ, ਬਿਜਲੀ ਦੀਆਂ ਤਾਰਾਂ ਨੂੰ ਛੂਹ ਲੈਂਦੇ ਨੇ ਅਤੇ ਉਸ ਦੇ ਨਾਲ ਵੀ ਹਾਦਸੇ ਵਾਪਰਦੇ ਨੇ। ਉਸ ਤੇ ਵੀ ਕਿਤੇ ਨਾ ਕਿਤੇ ਗੌਰ ਕਰਨਾ ਚਾਹੀਦਾ ਹੈ। ਇਸ ਤੋਂ ਅੱਗੇ ਮੈਂ ਇੱਕ ਹੋਰ ਅਹਿਮ ਗੱਲ ਦੱਸਾਂ ਕਿ ਜਦੋਂ ਬੋਰ ਕਰੀਦਾ ਹੈ, ਬੋਰਵੈਲ ਨੂੰ ਢੱਕਣ ਵਾਲਾ ਇੱਕ ਢੱਕਣ ਜਿਹੜਾ ਬਾਜ਼ਾਰੋਂ ਮਹਿਜ 80-90 ਰੁਪਏ ਦਾ ਮਿਲਦਾ ਹੈ। ਕੋਈ ਬੰਦਾ 10-20 ਹਜ਼ਾਰ ਲਾ ਕੇ ਪੈਸੇ ਖਰਚ ਕੇ ਆਪਣੀ ਸਿਰਫ ਇੱਕ ਲੋੜ ਪੂਰੀ ਕਰ ਲਈ ਬੋਰ ਕਰ ਲੈਂਦਾ ਹੈ, ਪਰ ਉਹ 80-90 ਰੁਪਏ ਖਰਚਣ ਲਈ, 100 ਰੁਪਇਆ ਖਰਚਣ ਲਈ ਅਗਰ ਉਸਨੂੰ ਢੱਕ ਦਈਏ, ਕਿ ਇੱਕ ਨਾ ਕਿਤੇ ਸਾਡੇ ਸਮਾਜ ਵਿੱਚ ਸਾਡੀ ਜ਼ਿੰਮੇਵਾਰੀ ਹੈ ਕਿ ਹਰ ਘਰ ਦੇ ਬੱਚੇ ਨੇ, ਬੱਚੇ ਰੱਬ ਦਾ ਰੂਪ ਹੁੰਦੇ ਨੇ, ਕਿ ਕੋਈ ਹਾਦਸਾ ਨਾ ਵਾਪਰੇ। ਅਗਰ ਅਸੀਂ 80-90 ਰੁਪਏ ਵੀ ਉਸ ਖਤਰੇ ਨੂੰ ਟਾਲਣ ਲਈ ਖਰਚ ਨਹੀਂ ਸਕਦੇ ਤਾਂ ਮੈਂ ਸਮਝਦਾ ਇਸ ਤੋਂ ਵੱਡੀ ਘਾਲੋਂ ਸਾਡੇ ਪੰਜਾਬੀਆਂ ਲਈ ਨਹੀਂ ਹੋ ਸਕਦੀ। ਤੇ ਮੈਂ ਕੱਲ ਜਦੋਂ ਦੇਖ ਰਿਹਾ ਸੀ ਕਿ ਲਾਈਵ ਚੈਨਲਾਂ ਤੇ ਚੱਲ ਰਿਹਾ ਸੀ ਤਾਂ ਉਦੋਂ ਇੱਕ ਬੜੀ ਹੈਰਾਨਗੀ ਦੀ ਗੱਲ ਹੋਈ ਕਿ ਕੋਈ ਉੱਥੇ 1-2 ਕਿਸਾਨ ਯੂਨੀਅਨ ਦੇ ਆਗੂ ਸਨ। ਵੈਸੇ ਤਾਂ ਉਹਨਾਂ ਨੂੰ ਅਜਿਹੀ ਸ਼ੋਭਾ ਨਹੀਂ ਦਿੰਦੀ, ਤਾਂ ਉਹਨਾਂ ਚੋਂ ਇੱਕ ਇਨਸਾਨ ਦਾ ਕਹਿਣਾ ਸੀ ਕਿ ਅਸੀਂ ਕੀ ਕਰੀਏ, ਜੇ ਸਰਕਾਰ ਕਾਰਵਾਈ ਨਹੀਂ ਕਰਦੀ, ਸਰਕਾਰਾਂ ਨੂੰ ਚਾਹੀਦਾ ਹੈ, ਉਹ ਹੱਦ ਹੋ ਗਈ ਯਾਰ। ਇੱਥੇ ਸਰਕਾਰ ਕੀ ਕਾਰਵਾਈ ਕਰੇ? ਅਗਰ ਕਿਸੇ ਨੇ ਆਪਣੀ ਥਾਂ ਤੇ ਬੋਰ ਪੁੱਟੇ, ਉਹਨੂੰ ਢੱਕਣ ਦੀ ਜ਼ਿੰਮੇਵਾਰੀ ਉਹਦੀ ਹੈ। ਕਿਤੇ ਨਾ ਕਿਤੇ ਸਾਨੂੰ ਜ਼ਿੰਮੇਵਾਰੀ ਸਮਝਣੀ ਪਊਗੀ। ਹਰ ਗੱਲ ਸਰਕਾਰ ਤੇ ਸੁੱਟਣੀ ਇਹ ਕਹਿ ਕੇ ਅਸੀਂ ਬਚ ਨਹੀਂ ਸਕਦੇ। ਇਸ ਤੋਂ ਅੱਗੇ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸਾਂ ਕਿ 2 ਸਾਲ ਪਹਿਲਾਂ ਵੀ ਅਜਿਹਾ ਹਾਦਸਾ ਸੰਗਰੂਰ ਵਿਖੇ ਵਾਪਰਿਆ ਸੀ, ਜਦੋਂ ਕਿ 2-3 ਦਿਨ ਉਸ ਬੱਚੇ ਦੀ ਜ਼ਿੰਦਗੀ ਨੂੰ ਬਚਾਉਣ ਲਈ ਲੱਗ ਗਿਆ, ਬਟ ਬੱਚਾ ਬਚ ਨਹੀਂ ਸੀ ਸਕਿਆ। ਤੇ ਉਸ ਸਮੇਂ ਇੱਕ ਬੜੀ ਹੈਰਾਨੀਜਨਕ ਗੱਲ ਹੋਈ ਕਿ NDRF ਦੀ ਜਿਹੜੀ ਟੀਮ ਸੀ ਉਹਨੇ ਕਹਿ ਦਿੱਤਾ ਕਿ 40 ਫੁੱਟ ਤੋਂ ਥੱਲੇ ਖੁਦਾਈ ਕਰ ਲਈ ਸਾਡੇ ਕੋਲ ਮਸ਼ੀਨਰੀ ਨਹੀਂ ਹੈ, ਸਾਡੇ ਕੋਲ ਐਕਸਪੀਰੀਅੰਸ ਨਹੀਂ ਹੈ ਕਿ ਅਸੀਂ 40 ਫੁੱਟ ਤੋਂ ਥੱਲੇ ਖੁਦਾਈ ਕਰ ਲਈਏ।
ਤੇ ਜਿਹੇ ਵਿੱਚ ਮੈਂ ਸਮਝਦਾ ਕਿ NDRF ਜਿਹੜੀ ਨੈਸ਼ਨਲ ਡਿਜ਼ਾਸਟਰ ਰਿਲੀਫ ਟੀਮ ਹੈ ਉਹਨੂੰ ਵੀ ਕਿਤੇ ਨਾ ਕਿਤੇ ਉਹ ਸਿਖਲਾਈ ਦੇਣੀ ਚਾਹੀਦੀ ਹੈ ਕਿ ਕੋਈ ਵੀ ਅਜਿਹਾ ਹਾਦਸਾ ਵਾਪਰਦਾ ਹੈ ਤਾਂ ਉਹ ਆਰਾਮ ਦੇ ਨਾਲ ਉਸ ਤੇ ਕਾਬੂ ਪਾ ਸਕੇ ਅਤੇ ਕੋਈ ਇਹ ਬਹਾਨਾ ਨਾ ਲਾਵੇ ਕਿ ਸਾਡੇ ਕੋਲ ਇਹ ਮਸ਼ੀਨਰੀ ਨਹੀਂ ਜਾਂ ਦੂਜੀਆਂ ਚੀਜ਼ਾਂ ਨਹੀਂ ਨੇ। ਜੀ ਠੀਕ ਹੈ ਜੀ, ਸਾਡੇ ਨਾਲ ਬੀਜੇਪੀ ਤੋਂ ਕਮਲ ਸੋਈ ਸਾਹਿਬ। ਕਮਲ ਸੋਈ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਕੱਲ ਦੀ ਜਿਹੜੀ ਘਟਨਾ ਹੋਈ ਹੈ ਉਹਦੇ ਨਾਲ ਲੋਕਾਂ ਦੇ ਦਿਲ ਤਾਂ ਬਲੁੰਦਰੇ ਹੀ ਗਏ ਨੇ, ਪਰ ਇਹ ਵੀ ਇੱਕ ਸਵਾਲ ਖੜਾ ਹੋ ਗਿਆ ਕਿ ਇਹ ਕਦੋਂ ਤੱਕ ਮਾਸੂਮ ਬੱਚਿਆਂ ਦੀਆਂ ਮੌਤਾਂ ਕਦੋਂ ਤੱਕ ਹੁੰਦੀਆਂ ਰਹਿਣਗੀਆਂ? ਦੇਖੋ, ਪਹਿਲੀ ਗੱਲ ਤੇ ਜਿਹੜੇ ਬੱਚੇ ਦੀ ਮੌਤ ਹੋਈ ਹੈ ਉਹਦੇ ਪਰਿਵਾਰ ਦੇ ਨਾਲ ਪੰਜਾਬ ਦੇ ਹਰ ਵਸਨੀਕ ਨਾਲ ਬੜੀ ਸਹਾਨੁਭੂਤੀ ਹੈ। ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਪਰਿਵਾਰ ਦੇ ਨਾਲ ਸਤਾਵਨਾ ਜਿਹੜੀ ਹੈ ਪ੍ਰਗਟ ਕਰਦੇ ਹਾਂ। ਦੂਸਰੇ ਪਾਸੇ ਮੈਂ ਇਹਨਾਂ ਜਿਹੜੇ ਆ ਢਿੱਲੋਂ ਸਾਹਿਬ ਬੋਲ ਰਹੇ ਸੀਗੇ, ਮੈਨੂੰ ਸਮਝ ਨਹੀਂ ਲੱਗਦੀ ਆਪਾਂ ਇਦਾਂ ਦੀ ਗੱਲਾਂ ਕਿਉਂ ਕਰਦੇ ਹਾਂ। ਇਸ ਟੋਟਲ ਸਿਸਟਮਿਕ ਫੇਲਿਅਰ, ਆ ਟੋਟਲ ਸਿਸਟਮ ਫੇਲ ਹੋਇਆ, ਆ ਮਿਸ ਗਵਰਨੈਂਸ ਹੈਗੀ ਹੈ। ਜਦੋਂ ਇੱਕ ਪਾਸੇ CM ਸਾਹਿਬ ਕਹਿੰਦੇ ਨੇ ਕਿ ਪਾਣੀ ਦਾ ਪੱਧਰ ਜਿਹੜਾ ਨੀਚੇ ਚਲਾ ਗਿਆ, ਦੂਜੇ ਪਾਸੇ ਜੇ ਆ ਬੋਰ ਹੋ ਰਿਹਾ ਸੀਗਾ, ਵੈਦਰ ਇਟ ਵਾਜ਼ ਅ ਲੀਗਲ ਬੋਰ, ਜੇ ਲੀਗਲ ਬੋਰ ਕੋਈ ਕਰ ਰਿਹਾ ਸੀਗਾ ਆਪਣੇ ਖੇਤ ਦੇ ਵਿੱਚ ਤੇ ਪਰਮਿਸ਼ਨ ਕਿਹਦੇ ਕੋਲ ਲਈ ਗਈ ਸੀ? ਜੇ ਲੀਗਲ ਬੋਰ ਕਰ ਰਿਹਾ ਸੀਗਾ ਤੇ ਉਹਦੀ ਸੁਪਰਵਿਜ਼ਨ ਕੌਣ ਕਰ ਰਿਹਾ ਸੀਗਾ? ਦੇਖੋ, ਜੇ ਅਸੀਂ ਇਸੇ ਤਰ੍ਹਾਂ ਹੀ ਬੋਰਿੰਗ ਜਿਹੜੀ ਆਪਣੇ ਖੇਤਾਂ ਦੇ ਵਿੱਚ ਲੋ ਕਰੀ ਜਾਵਾਂਗੇ, ਇਹਦਾ ਮਤਲਬ ਹੈਗਾ ਕਿ ਕੋਈ ਗਵਰਨੈਂਸ ਨਾਂ ਦੀ ਚੀਜ਼ ਹੀ ਨਹੀਂ ਹੈਗੀ। ਫਿਰ ਕਿੱਦਾਂ ਪਾਣੀ ਦਾ ਪੱਧਰ ਜਿਹੜਾ ਹੈ ਉਹ ਉੱਚਾ ਹੋਊਗਾ? ਇਸ ਕਰਕੇ ਦਿਸ ਇਜ਼ ਅ ਟੋਟਲ ਸਿਸਟਮ ਫੇਲਿਅਰ। ਇਹਦੇ ਵਾਸਤੇ ਕੋਈ ਨਾ ਕੋਈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਿਹੜਾ ਹੈ ਉਹ ਮੈਨੂੰ ਲੱਗਦਾ ਕਿ ਐਗਜ਼ਿਸਟਿੰਗ ਹੋਣਾ ਹੈ। ਤੇ ਜੇ ਨਹੀਂ SOP ਇਹਦੇ ਵਾਸਤੇ ਇਜਾਦ ਇਹਨਾਂ ਨੇ ਅਜੇ ਤੱਕ ਕੀਤਾ ਇੰਨੇ ਸਾਲਾਂ ਦੇ ਵਿੱਚ, ਤੇ SOP ਬਣਾਉਣਾ ਚਾਹੀਦਾ ਹੈ ਕਿ ਕੋਈ ਬੋਰ, ਪਹਿਲੀ ਗੱਲ ਤੇ ਉਹਦੀ ਪਰਮਿਸ਼ਨ ਹੋਣੀ ਚਾਹੀਦੀ ਹੈ। 3-4 ਏਜੰਸੀਜ਼ ਨੇ, ਮੈਨੂੰ ਲੱਗਦਾ ਬਿਜਲੀ ਬੋਰਡ ਕੋਲ ਵੀ ਪਰਮਿਸ਼ਨ ਉਹਦੀ ਹੋਣੀ ਚਾਹੀਦੀ ਹੈ। ਵਾਟਰ ਸਪਲਾਈਜ਼ ਵਾਲਿਆਂ ਕੋਲ ਵੀ ਉਹਦੀ ਪਰਮਿਸ਼ਨ ਸ਼ਾਇਦ ਹੁੰਦੀ ਹੋਏਗੀ, ਐਗਰੀਕਲਚਰ ਮਹਿਕਮੇ ਕੋਲ ਵੀ ਪਰਮਿਸ਼ਨ ਹੁੰਦੀ ਹੋਏਗੀ। ਜੇ ਉਹਦਾ SOP ਸੀਗਾ ਤੇ ਉਹ SOP ਉਸ ਫੋਲੋ ਕਿਉਂ ਨਹੀਂ ਕੀਤਾ ਗਿਆ? ਜੇ SOP ਨਹੀਂ ਸੀਗਾ ਤੇ ਉਹਦਾ SOP ਬਣਾਉਣਾ ਚਾਹੀਦਾ। ਜੇ ਅਸੀਂ SOP ਨਹੀਂ ਬਣਾ ਸਕਦੇ ਤੇ ਇਦਾਂ ਦੇ ਬੱਚੇ ਤੇ ਹਰ ਵਰੇ ਫਿਰ ਕਹਿੰਦੇ ਜੀ 15-20 ਬੱਚੇ ਜਿਹੜੇ ਆ ਉਹ ਬਿਨਾਂ ਬੋਰਡ ਢੱਕੇ ਮਾਰੇ ਜਾਂਦੇ ਪਏ ਨੇ ਪੰਜਾਬ 'ਚ। ਇਦਾਂ ਦੀ ਮੌਤਾਂ ਹੋਣਗੀਆਂ ਤੇ ਸਿਰਫ ਦੁੱਖ ਪ੍ਰਗਟ ਕਰਨ ਤੋਂ ਇਲਾਵਾ ਅਸੀਂ ਪੰਜਾਬੀ ਜਿਹੜੇ ਆ ਜਿਹੜਾ ਰੱਬ ਦਾ ਭਾਣਾ ਮੰਨ ਕੇ ਸਹੀ ਜਾਵਾਂਗੇ, ਲੇਕਿਨ ਮੈਨੂੰ ਲੱਗਦਾ ਕਿ ਰੱਬ ਦਾ ਭਾਣਾ ਨਹੀਂ ਹੈ, ਆ ਇੱਕ ਮਰਡਰ ਹੈ ਤੇ ਇਹਦੀ ਇਨਵੈਸਟੀਗੇਸ਼ਨ ਉਸ ਤਰੀਕੇ ਨਾਲ ਹੀ ਹੋਣੀ ਚਾਹੀਦੀ ਹੈ ਜਿੱਦਾਂ ਇੱਕ ਮਰਡਰ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਤੇ ਜਿਹੜੇ ਵੀ ਇਹਦੇ ਵਿੱਚ ਚਾਹੇ ਅਫਸਰ ਇਨਵੋਲਡ ਨੇ ਚਾਹੇ ਕੋਈ ਹੋਰ ਇਨਵੋਲਡ ਹੈ, ਉਹਨੂੰ ਇਹਦੀ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਇਦਾਂ ਦਾ ਕੰਮ ਨਾ ਹੋ ਸਕੇ ਤੇ ਕਿਸੇ ਦੇ ਘਰ ਦਾ ਚਿਰਾਗ ਜਿਹੜਾ ਹੈ ਉਹ ਨਾ ਬੁੱਝ ਸਕੇ। ਜੀ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਜੁੜੇ ਨੇ ਸ਼ਸ਼ੀਵੀਰ ਸ਼ਰਮਾ ਜੀ, ਤੁਹਾਡਾ ਸਵਾਗਤ ਹੈ। ਔਰ ਕੱਲ ਦੀ ਘਟਨਾ ਦੀ ਜੇ ਆਪਾਂ ਗੱਲ ਕਰੀਏ ਤੇ ਕੱਲ ਦੀ ਘਟਨਾ ਤੋਂ ਬਾਅਦ ਹਾਲਾਂਕਿ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਦੇ ਤੇ ਪਰਚਾ ਵੀ ਕਰ ਦਿੱਤਾ ਗਿਆ, ਪਰ ਇਸ ਪਰਚੇ ਤੋਂ ਬਾਅਦ ਕੀ ਇਹ ਘਟਨਾਵਾਂ ਰੁਕ ਜਾਣਗੀਆਂ? ਜੀ, ਪਹਿਲੀ ਗੱਲ ਤਾਂ ਜਿਹੜੀ ਕੱਲ ਦੀ ਜਿਹੜੀ ਘਟਨਾ ਹੋਈ ਹੈ ਬੜੀ ਮੰਦਭਾਗੀ ਘਟਨਾ ਹੈ। ਕਿਸੇ ਵੀ ਡਿਸਟ੍ਰਿਕਟ, ਕਿਸੇ ਵੀ ਸਟੇਟ, ਕਿਸੇ ਵੀ ਹਿੰਦੁਸਤਾਨ ਦੇ ਕੋਨੇ, ਈਵਨ ਦੁਨੀਆ ਦੇ ਕਿਸੇ ਕੋਨੇ 'ਚ ਹੋਵੇ, ਬੜੀ ਮੰਦਭਾਗੀ ਘਟਨਾ ਹੈ। ਹੁਣ ਇਹਦੇ ਵਾਸਤੇ ਸਰਕਾਰ ਦੇ ਨਾਲ ਨਾਲ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਜਿਵੇਂ ਕਿ ਹੁਣ ਤੁਸੀਂ ਦੱਸ ਕੇ ਹਟੇ ਹੋ, ਆਲਰੇਡੀ 304A ਕਾਜ਼ਿੰਗ ਡੈਥ ਬਾਈ ਨੈਗਲੀਜੈਂਸ ਦੇ ਤਹਿਤ ਇੰਡੀਅਨ ਪੀਨਲ ਕੋਡ ਦੇ ਤਹਿਤ ਆਲਰੇਡੀ ਪਰਚਾ ਦਰਜ ਹੋ ਚੁੱਕਿਆ ਹੈ। ਰਿਤਿਕ ਦੇ ਪਰਿਵਾਰ ਵਾਲਿਆਂ ਵੱਲੋਂ ਕੰਪਲੇਂਟ ਲੈ ਕੇ ਫੀਲਡ ਓਨਰ ਦੇ ਖਿਲਾਫ, ਸਤਵੀਰ ਨਾਮ ਹੈ ਉਹਨਾਂ ਦੇ ਖਿਲਾਫ ਆਲਰੇਡੀ ਪਰਚਾ ਦਰਜ ਹੋ ਚੁੱਕਿਆ ਹੈ ਤੇ ਇਨਵੈਸਟੀਗੇਸ਼ਨ ਆਲਰੇਡੀ ਸਟਾਰਟ ਹੋ ਚੁੱਕੀ ਹੈ। ਬਟ ਇੱਕ ਇਨਵੈਸਟੀਗੇਟਰ ਸਾਨੂੰ ਇਹ ਇਨਸੀਡੈਂਟ ਨੂੰ ਐਜ਼ ਅ ਸੀਕੁਐਂਸ ਤੋਂ ਲੈਣਾ ਚਾਹੀਦਾ ਕਿ ਜਿਹੜੇ ਬੋਰਵੈਲ ਨੇ, ਜਿਵੇਂ ਜਗਮੀਤ ਜੀ ਆਲਰੇਡੀ ਦੱਸ ਕੇ ਹਟੇ ਨੇ ਕਾਂਗਰਸ ਦੇ ਪ੍ਰਵਕਤਾ ਨੇ, ਕਿਉਂਕਿ ਜਿਹੜੇ ਬੋਰਵੈਲ ਹੈ, ਜਿਹੜਾ ਟੱਕਣ ਹੈ, ਆਪਾਂ ਬੋਰਵੈਲ ਦਾ ਕਰਾ ਲੈਂਦੇ ਹਾਂ ਹਜ਼ਾਰਾਂ ਰੁਪਏ ਦਾ, ਜਿਹੜਾ 70-80 ਰੁਪਏ ਟੱਕਣ ਰੱਖਣ ਤੋਂ ਜਾਂ ਉਹ ਤੋਂ ਗੁਰੇਜ਼ ਕਰ ਜਾਂਦੇ ਆ, ਜਿਹੜਾ 70-80 ਰੁਪਏ ਜਿਹੜੇ ਲੋਕਾਂ ਦੀ ਜਾਨ ਲੈ ਲੈਂਦਾ, ਉਹ ਬਹੁਤ ਮਾੜੀ ਮੰਦਭਾਗੀ ਘਟਨਾ ਹੈ। ਸੋ ਇਹਦੇ ਤੇ ਸਰਕਾਰ ਕੋਲ ਆਲਰੇਡੀ ਲਾਅ ਹੈਗਾ, ਲਾਅ ਦੇ ਤਹਿਤ ਆਲਰੇਡੀ ਕਾਰਵਾਈ ਹੋ ਚੁੱਕੀ ਹੈ, ਪਰਚਾ ਦਰਜ ਹੋ ਚੁੱਕਿਆ ਹੈ। ਇਹ ਇਨਸੀਡੈਂਟ ਨੂੰ ਲੋਕਾਂ ਨੂੰ ਵੀ ਅਵੇਅਰ ਹੋਣਾ ਪੈਣਾ ਹੈ। ਬੋਰਵੈਲਸ ਅਗਰ ਜਿਹੜੇ ਫੀਲਡ ਵਿੱਚ ਹੈਗੇ ਨੇ, ਜਿਹੜੇ ਆਲਰੇਡੀ ਖੇਤਾਂ ਦੇ ਵਿੱਚ ਹੈਗੇ ਨੇ, ਲੋਕਾਂ ਨੂੰ ਆਲਰੇਡੀ ਇਹਦੇ ਤੇ ਅਵੇਅਰ ਹੋਣਾ ਪੈਣਾ ਹੈ। ਜਿਹੜੇ ਬੱਚੇ ਖੇਡ ਰਹੇ ਨੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਥੋੜੀ ਜਿਹੀ ਦੇਖ ਰੇਖ ਕਰਨੀ ਪਏਗੀ ਤੇ ਲੋਕਾਂ, ਮੈਂ ਸਮਝਦਾ ਕਿ ਇਸ ਇਨਸੀਡੈਂਟ ਤੋਂ ਸਾਨੂੰ ਸੀਖ ਲੈਣੀ ਚਾਹੀਦੀ ਹੈ। ਜੀ, ਜਿਵੇਂ ਕਿ ਬੀਜੇਪੀ ਦੇ ਪ੍ਰਵਕਤਾ ਦੱਸ ਰਹੇ ਨੇ ਕਿ ਬਹੁਤ ਜ਼ਿਆਦਾ ਹੋ ਰਹੇ ਸੀ, 2 ਸਾਲ ਬਾਅਦ ਇਹੋ ਜਿਹਾ ਇਨਸੀਡੈਂਟ ਹੋਇਆ। ਮੈਂ ਚਾਹੁੰਦਾ ਕਿ ਕਦੇ ਵੀ ਨਾ ਹੋਵੇ ਇਹੋ ਜਿਹਾ ਇਨਸੀਡੈਂਟ। ਜੀ ਵਾਈ ਡੋਨਟ ਯੂ ਐਕਸੈਪਟ ਕਿ ਇਹ ਸਿਸਟਮਿਕ ਫੇਲਿਅਰ ਹੈ, ਤੁਹਾਡੀ ਗਵਰਨੈਂਸ ਦਾ ਫੇਲਿਅਰ ਹੈ। ਉਹ ਜਿਹੜੇ ਬੰਦੇ ਪਰਮਿਸ਼ਨ ਲਈ ਗਈ ਸੀ, ਤੁਸੀਂ ਕੋਈ ਬੰਦਾ ਵੀ ਇਸ ਗੱਲ ਤੇ ਨਹੀਂ ਆ ਰਿਹਾ ਕਿ ਉਹ ਬੋਰਵੈਲ ਤੁਹਾਨੂੰ ਪਤਾ FIR ਦਰਜ ਹੋ ਚੁੱਕੀ ਹੈ ਇਸ ਇਨਸੀਡੈਂਟ ਵਿੱਚ ਆਲਰੇਡੀ। ਜਿਹੜੀ ਧਾਰਾਵਾਂ ਤੁਸੀਂ 304A ਕਾਜ਼ਿੰਗ, I'm a lawyer, I know what is 304.
बड़ी बड़ी 302 302 ਅਪਲਾਈ ਹੁੰਦੀ ਨਹੀਂ ਹੈ। ਮਰਡਰ ਦੀ ਡੈਫੀਨੇਸ਼ਨ ਚਾਹੁੰਦਾ ਮੇਰੀ ਗੱਲ ਸੁਣੋ, ਸਿਰਫ ਤੁਸੀਂ murder ਤੇ- ਜਿਹੜੀ ਖੇਤ ਦਾ ਓਨਰ ਹੈ, ਸ਼ਸ਼ੀ ਵੀਰ ਜੀ, ਉਹਨਾਂ ਦਾ ਕੁਐਸਚਨ ਲੈ ਲਿਓ। ਜਿਹੜੀਆਂ ਏਜੰਸੀਜ਼ ਨੇ ਜਿੰਨੇ ਉਹਨੂੰ ਸਰ ਇਨਵੈਸਟੀਗੇਸ਼ਨ FIR ਹੋਣ ਤੋਂ ਬਾਅਦ ਇਨਵੈਸਟੀਗੇਸ਼ਨ ਸਟਾਰਟ ਹੁੰਦੀ ਹੈ। ਕਰ ਰਿਹਾ ਸੀ ਉਹਦੀ FIR ਹੋਣ ਤੋਂ ਬਾਅਦ ਇਨਵੈਸਟੀਗੇਸ਼ਨ ਸਟਾਰਟ ਹੁੰਦੀ ਹੈ। ਕਮਲਜੀਤ ਜੀ ਪਰਚਾ ਦਰਜ ਹੋ ਗਿਆ 304A ਦੇ ਤਹਿਤ ਰੈਸ਼ਨ ਜਿਹੜਾ ਵੀ ਨੈਗਲੀਜੈਂਟ ਐਕਟ ਹੈ, ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਏਗੀ। ਜੋ ਇਨਵੈਸਟੀਗੇਸ਼ਨ ਦੀ ਰਿਪੋਰਟ ਹੋਏਗੀ ਤੁਸੀਂ RTI ਦੇ ਥੱਲੇ ਲੈ ਸਕਦੇ ਹੋ। ਮੈਂ ਕਹਿ ਰਿਹਾ ਕਿ ਹਰ ਕੀਤਾ ਕਿ ਤੁਸੀਂ ਕਹਿੰਦੇ ਹੋ ਕਿ ਪਾਣੀ ਦਾ ਪੱਧਰ ਨੀਚੇ ਜਾ ਰਿਹਾ ਹੈ ਜਾਂ ਬੋਰਵੈਲ ਕਿਉਂ ਕੀਤਾ ਗਿਆ ਸੀਗਾ। ਬੀਜੇਪੀ ਹਰ ਮੁੱਦੇ ਤੇ ਸਿਆਸਤ ਨਾ ਕਰੇ। ਸਿਆਸਤ ਕਰਨ ਨੂੰ ਹੋਰ ਵੀ ਮੁੱਦੇ ਮਿਲ ਜਾਣਗੇ। ਇਹ ਮੁੱਦਾ ਸਿਆਸਤ ਕਰਨ ਵਾਲਾ ਨਹੀਂ ਹੈ। ਸਾਨੂੰ ਕੁਝ ਸਿੱਖ ਲੈਣ ਦੀ ਲੋੜ ਹੈ। ਤੁਸੀਂ ਬੱਚੇ ਦੀ ਜਾਨ ਗਈ ਹੈ, ਤੁਸੀਂ ਜੀ ਇਟ ਇਜ਼ ਵੈਰੀ ਅਨਫੋਰਚੂਨੇਟ ਯੂ ਆਰ ਡੂਇੰਗ ਪੋਲਿਟਿਕਸ ਯੂ ਆਰ ਨਾਟ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਐਗਜ਼ਿਸਟ ਕਰਦਾ ਹੈ, ਤੁਹਾਨੂੰ ਪਤਾ ਹੈ। ਯੂ ਆਰ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਤੇ ਆ ਰਹੇ ਹੋ। ਤੁਹਾਨੂੰ 304A ਤੇ 302 ਦੀ ਡੈਫੀਨੇਸ਼ਨ ਪਤਾ ਹੈ? ਡਿਫਰੈਂਸ ਕੀ ਹੈ? 302 ਦਾ ਪਰਚਾ ਦਰਜ ਕਰਕੇ ਬੰਦਾ ਬਰੀ ਕਰਵਾ ਦਈਏ। Please wait. You don't know about anything. Please wait for the investigation. You can get the under RTI ਉਹਦੀ ਇਨਵੈਸਟੀਗੇਸ਼ਨ ਰਿਪੋਰਟ ਲੈ ਲਿਓ। ਗੱਲਾਂ ਕਰਕੇ ਲੋਕਾਂ ਦਾ ਧਿਆਨ ਭਟਕਾਉਂਦੇ ਹੋ। ਅਸੀਂ ਲੋਕਾਂ ਦਾ ਧਿਆਨ ਨਹੀਂ ਭਟਕਾ ਰਹੇ। ਬੜੀ ਮੰਦਭਾਗੀ ਘਟਨਾ ਹੈ। ਕਿਸੇ ਦੇ ਨਾਲ ਵੀ ਕਿਸੇ ਵੀ ਸਟੇਟ ਚ ਹੋਣੀ ਚਾਹੀਦੀ। And it is done by the state officials. By all humanity I am saying this. By all saying this is a murder. It is if there is no standard operating procedure for this is a systemic failure and this is the failure of Bhagwant Mann government. ਇੱਕ ਬੱਚੇ ਦੀ ਜਾਨ ਗਈ ਹੈ, ਉਹਦੇ ਵਾਸਤੇ ਸਿਆਸਤ ਕਰਨੀ, ਹਰ ਮੁੱਦੇ ਤੇ ਸਿਆਸਤ ਕਰਨੀ ਬੀਜੇਪੀ ਦਾ ਰਿਹਾ ਹੈ। ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ, ਚਲੋ ਆਪਾਂ ਇਹਨਾਂ ਦੀ ਜਿਹੜੀ ਬੇਸਿਕਲੀ ਗੱਲ ਕਹਿ ਰਹੇ ਨੇ, ਪਰਚਾ ਦਰਜ ਹੋ ਚੁੱਕਿਆ ਹੈ, ਇਨਵੈਸਟੀਗੇਸ਼ਨ ਸਟਾਰਟ ਹੋ ਗਈ ਹੈ। ਬੜੀ ਮੰਦਭਾਗੀ ਘਟਨਾ ਹੈ। ਕਿਸੇ ਵੀ ਸ਼ਹਿਰ, ਕਿਸੇ ਵੀ ਸਟੇਟ, ਚਾਹੇ ਬੀਜੇਪੀ ਦਾ ਰੂਲ ਹੈ, ਕਿਤੇ ਵੀ ਚਾਹੇ ਕਾਂਗਰਸ ਦਾ ਰੂਲ ਹੈ, ਕਿਤੇ ਵੀ ਇਹੋ ਜਿਹੀ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਜਿਹੜਾ ਇੰਸੀਡੈਂਟ ਹੋਇਆ, ਸਾਨੂੰ ਚਾਹੇ ਜਿਸ ਮੈਂ ਚੈਨਲ ਦੇ ਮਾਧਿਅਮ ਦੇ ਰਾਹੀਂ ਸੀਖ ਲੈਣੀ ਚਾਹੀਦੀ ਹੈ ਲੋਕਾਂ ਨੂੰ ਵੀ। ਜਿਵੇਂ ਜਗਮੀਤ ਜੀ ਆਲਰੇਡੀ ਦੱਸ ਕੇ ਹਟੇ ਨੇ, 80-80 ਰੁਪਏ ਢੱਕਣ ਹੈ, ਢੱਕਣ ਵੀ ਲੱਗਣਾ ਚਾਹੀਦਾ ਹੈ। ਲੋਕਾਂ ਦੇ ਪਰਿਵਾਰ ਦੇ ਬੱਚਿਆਂ ਨੂੰ ਵੀ, ਲੋਕਾਂ ਦੇ ਪਰਿਵਾਰ ਨੂੰ ਵੀ ਉਹਦੀ ਦੇਖ ਰੇਖ ਕਰਨੀ ਪਏਗੀ। ਸੋ ਆਪਾਂ ਨੂੰ ਇੱਥੇ ਕਿਉਂਕਿ ਪ੍ਰਸ਼ਾਸਨ ਕੋ ਬਣਦੀ ਕਾਰਵਾਈ ਪ੍ਰਸ਼ਾਸਨ ਕਰ ਚੁੱਕਿਆ। ਸ਼ਸ਼ੀ ਜੀ NDRF ਦੀ ਜਿਹੜੀ ਰਿਪੋਰਟ ਹੈ ਉਹ ਕਹਿੰਦੀ ਹੈ ਕਿ 2009 ਤੋਂ ਲੈ ਕੇ 2019 ਤੱਕ 40 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਸੋ 40 ਬੱਚਿਆਂ ਦੀ ਮੌਤ ਹੋਣ ਤੋਂ ਬਾਅਦ ਵੀ ਅੱਜ ਤੱਕ ਕੋਈ ਐਸਾ ਕਾਨੂੰਨ ਨਹੀਂ ਬਣਿਆ। ਹਾਲਾਂਕਿ ਜੇ ਮੈਂ ਗੱਲ ਕਰਾਂ ਸੁਪਰੀਮ ਕੋਰਟ ਦੀ, 2010 ਦੇ ਵਿੱਚ ਉਹਨਾਂ ਦੇ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਆ, ਪਰ ਫਿਰ ਵੀ ਨਾ ਤਾਂ ਉਹਨਾਂ ਲੋਕਾਂ ਦੇ ਵੱਲੋਂ ਜਿਹੜੇ ਬੋਰਵੈਲ ਕਰਵਾ ਰਹੇ ਆਪਣੇ ਜਗ੍ਹਾ ਦੇ ਉੱਤੇ, ਪਲਾਟ ਦੇ ਵਿੱਚ ਜਾਂ ਆਪਣੇ ਖੇਤ ਦੇ ਵਿੱਚ, ਨਾ ਉਹਨਾਂ ਵੱਲੋਂ ਕੋਈ ਸੀਰੀਅਸਨੈਸ ਦਿਖਾਈ ਜਾ ਰਹੀ ਹੈ। ਜਿਹੜੇ ਬੱਚੇ ਡਿੱਗ ਰਹੇ ਨੇ, ਬੱਚੇ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ, ਕਿਉਂਕਿ ਛੋਟੇ ਬੱਚੇ ਨੂੰ, ਜਿੱਦਾਂ ਪਹਿਲਾਂ ਵੀ ਗੱਲ ਕੀਤੀ ਕਿ 18 ਸਾਲ ਤੱਕ ਤਾਂ ਅਸੀਂ ਉਹਨੂੰ ਬਾਲਕ ਹੀ ਸਮਝਦੇ ਹਾਂ, ਤੇ ਇਸ ਕਰਕੇ ਹੁਣ ਬੱਚੇ ਨੂੰ ਤਾਂ ਨਹੀਂ ਕਹਿ ਸਕਦੇ, ਪਰ ਆਪਾਂ ਨੂੰ ਸਖਤ ਕਾਨੂੰਨ ਜੇਕਰ I think ਫੇਲਿਅਰ ਹੋ ਗਿਆ, ਟੈਕਨੀਕਲ ਫੇਲਿਅਰ, I think disconnect ਹੋ ਗਿਆ। ਅਸੀਂ ਦੋਨੋਂ ਰਹਿ ਗਏ। ਲੱਗ ਰਿਹਾ ਇਹਨਾਂ ਦਾ। ਸੁਣ ਪਾ ਰਹੇ ਹੋ ਤੁਸੀਂ ਸਰ? ਜੀ ਜੀ ਸ਼ਸ਼ੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਜਗਮੀਤ ਜੀ? ਜੀ ਵਧੀਆ, ਬਹੁਤ ਵਧੀਆ। ਕਮਲਜੀਤ ਜੀ, ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ ਸੁਣ ਪਾ ਰਹੇ ਆ ਜੀ, ਹੁਣ ਸੁਣ ਪਾ ਰਹੇ। ਅਸੀਂ ਅਫੀਸ਼ੀਅਲਸ ਨੂੰ ਜ਼ਿੰਮੇਵਾਰ ਨਹੀਂ ਠਹਿਰਾਵਾਂਗੇ, ਉਹਨਾਂ ਤੱਕ ਆ ਘਟਨਾਵਾਂ ਨਹੀਂ ਰੁਕਣੀਆਂ। ਜੀ ਸ਼ਸ਼ੀ ਜੀ, ਇਹੀ ਮੇਰਾ ਸਵਾਲ ਆ ਅਗਲਾ। ਕਰਕੇ ਜਿੱਥੇ ਮਰਜ਼ੀ ਬੋਰਵੈਲ ਖੋਦਣ ਬਹਿ ਜਾਣਾ, ਮੇਰੀ ਕੋਈ ਨਾ ਕੋਈ ਸਿਸਟਮ ਦੀ ਜ਼ਿੰਮੇਵਾਰੀ ਕੋਈ ਨਹੀਂ। ਇਹਦਾ ਮਤਲਬ ਸਰਕਾਰ ਜਿਹੜੀ ਹੈ ਆ ਚੱਲਦੀ ਪਈ ਹਵਾ ਦੇ ਵਿੱਚ। ਸ਼ਸ਼ੀ ਜੀ, ਮੇਰਾ ਇਹੀ ਸਵਾਲ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਇਦਾਂ ਦੀਆਂ ਘਟਨਾਵਾਂ ਨਾ ਹੁਣ, ਕੀ ਕਾਨੂੰਨ ਬਣਾਇਆ ਜਾ ਸਕਦਾ? ਚਲੋ ਡਿਸਕਨੈਕਟ ਹੋ ਗਿਆ, ਤੁਹਾਨੂੰ ਮੈਂ ਦੱਸਾਂ ਅੱਜ ਬੜਾ ਵਧੀਆ ਦਿਨ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੇ ਸ਼ਸ਼ੀ ਵੀਰ ਜੀ, ਇਹ ਸਾਡੇ ਉਸਤਾਦ ਨੇ। ਉਸਤਾਦ ਇਸ ਕਰਕੇ ਨੇ ਕਿਉਂਕਿ ਮੈਂ ਨਵੀਂ ਵਕਾਲਤ ਸ਼ੁਰੂ ਕੀਤੀ ਹੈ, ਤੇ ਮੈਂ ਜਿਹੜੀ ਬੜੀ ਭਾਗਾਂ ਵਾਲਾ ਚਲੋ ਕੰਮ ਹੈ ਕਿ ਇਹ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੇ ਤੇ ਮੈਂ ਕਾਂਗਰਸ ਦਾ, ਤੇ ਇਹ ਸਾਡੇ ਉੱਥੇ ਉਸਤਾਦ ਨੇ ਵਕਾਲਤ ਦੇ, ਅੰਮ੍ਰਿਤਸਰ ਹੀ ਮੈਂ ਵਕਾਲਤ ਕਰ ਰਿਹਾ ਤੇ ਉੱਥੇ ਹੀ ਇਹ ਕਰ ਰਹੇ ਤੇ ਮੈਨੂੰ ਅੱਜ ਬੜੀ ਖੁਸ਼ੀ ਹੋਈ ਕਿ ਅੱਜ ਤੁਸੀਂ ਡਿਬੇਟ ਵਿੱਚ ਆਏ ਸ਼ਸ਼ੀ ਵੀਰ ਜੀ ਦੇ ਨਾਲ, ਮੈਨੂੰ ਡਿਬੇਟ ਕਰਨ ਦਾ ਮੌਕਾ ਮਿਲਿਆ। मैं आजकल प्रैक्टिस नहीं करता अदरवाइज, but I have represented against many high court judges। जी शशि, 304A ਜਾਂ 302 ਦੀ ਗੱਲ ਕਰਦੇ ਨੇ। I always like to take care of road safety cases। ਜੇ ਤੁਹਾਨੂੰ ਪਤਾ ਹੋਵੇ ਮੇਰੇ ਬਾਰੇ ਤੇ, ਮੈਂ road safety cases ਦੇ ਸਾਰੇ ਅੱਜ ਤੱਕ ਕੀਤੇ ਨੇ, and most of the ਚਾਹੇ safe school transportation policy ਹੋਵੇ, ਚਾਹੇ ਜਿਹੜੇ ਵੀ road safety ਅੱਜ ਤੱਕ ਹੋ ਰਹੀ ਹੈ, this is I'm the custodian of safe school transportation policy। जी, and I appeared in front of Justice S.K. Kaul, who is now in Supreme Court। Justice ਸੋਈ ਸਾਹਿਬ, ਅੱਜ ਤੁਹਾਡੀ ਦੂਜੀ ਲੁੱਕ ਵੀ ਅਸੀਂ ਦੇਖ ਲਈ। ਮੈਂ ਦੂਜੀ ਪਹਿਲੀ ਲੁੱਕ ਤੁਹਾਡੀ ਵੇਖੀ, ਬਟ ਆ ਵੀ ਲੁੱਕ ਤੁਹਾਡੀ ਬਹੁਤ ਇਹਨਾਂ ਨੇ ਲੇਟ ਕਰਤਾ ਤੇ ਉਹ ਸਵੇਰ ਦੀ ਪੱਗ ਬੰਨੀ ਸੀ ਤੇ ਬੰਨੀ ਨਹੀਂ ਜਾਣਦੇ ਹੁਣ।
ਜੀ ਨਹੀਂ ਬਿਲਕੁਲ, ਚਲੋ ਤੁਹਾਡੇ ਦਰਸ਼ਨ ਹੋ ਗਏ ਇਸ ਲੋਕ ਚ ਵੀ। ਹਾਂਜੀ ਸ਼ਸ਼ੀ ਜੀ, ਮੈਨੂੰ ਲੱਗਦਾ ਚੈਨਲ ਮੇਰਾ ਵਾਲਿਆਂ ਨੇ ਸਵਾਲ ਕਸਰ ਸ਼ਸ਼ੀ, ਕਰਤਾ ਜੀ। ਹੁਣ ਆਮ ਆਦਮੀ ਪਾਰਟੀ ਤੋਂ ਸ਼ਸ਼ੀ ਵੀਰ ਜੀ ਜੁੜੇ ਨੇ, ਹੁਣ ਇਹਨਾਂ ਦੀ ਸਰਕਾਰ ਆ, ਤੇ ਮੇਰਾ ਸਵਾਲ ਸ਼ਸ਼ੀ ਵੀਰ ਜੀ ਹੁਣਾਂ ਨੂੰ ਹੀ ਆ ਕਿ ਸ਼ਸ਼ੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਵੱਲੋਂ ਕਿਹੜੇ ਕਾਨੂੰਨ ਬਣਾਏ ਜਾਣਗੇ ਕਿ ਇਦਾਂ ਦੀਆਂ ਘਟਨਾਵਾਂ ਨਾ ਹੋਣ? honestly speaking this is a systemic failure, ਕਿਉਂਕਿ ਸਰ ਆਈ ਗॉट ਇਟ, ਜਿੰਨਾ ਤੱਕ ਡਿਪਟੀ ਕਮਿਸ਼ਨਰ ਨੂੰ ਉਹਦੇ ਲੱਗੇ ਕੀ ਹੋ ਰਿਹਾ ਹੈ ਆ ਹੀ ਨਹੀਂ ਪਤਾ, ਕਿੱਥੇ ਬੋਰ ਹੋ ਰਿਹਾ ਹੈ। ਸਰ 188 ਥਲੇ ਬੜੇ ਵਧੀਆ 188 ਥਲੇ ਵੀ ਐਫਆਈਆਰ ਹੋਈ ਹੈ ਸਰ, ਐਫਆਈਆਰ ਚ 188 ਵੀ ਦਰਜ ਹੋਇਆ ਸਰ, ਉੱਤੇ ਵੀ ਇਨਵੈਸਟੀਗੇਸ਼ਨ ਹੋਏਗੀ, 188 ਦਾ ਵੀ ਪਰਚਾ ਦਰਜ ਹੋਇਆ ਨਹੀਂ। ਪਰ ਕਿਸੇ ਵੀ ਤੁਹਾਡੇ ਪਤਾ ਕੀ ਕਹਿ ਰਹੇ ਜਿੰਪਾ ਜੀ, ਹੁਣ ਮੈਂ ਡਿਬੇਟ 'ਚ ਨਹੀਂ ਹੈ, ਜਿੰਪਾ ਜੀ ਕਹਿੰਦੇ ਨੇ ਆ ਬੱਚੇ ਦਾ ਸੈਕਰੀਫਾਈਸ ਹੋਇਆ ਜੀ, ਇਹਦੇ ਸੈਕਰੀਫਾਈਸ ਤੋਂ ਤੁਹਾਨੂੰ ਸਿੱਖਣਾ ਚਾਹੀਦਾ। ਉਹ ਯਾਰ ਇਜ਼ ਇਟ ਅ ਬਲੱਡੀ ਸੈਕਰੀਫਾਈਸ? ਯੂ ਹੈਵ ਕਿਲਡ ਦ ਚਾਈਲਡ, ਤੁਹਾਡੇ ਬਿਲਕੁਲ ਸਹੀ ਗੱਲ, ਤੁਸੀਂ ਸੈਕਰੀਫਾਈਸ ਕਰ ਰਹੇ ਹੋ। ਸ਼ਸ਼ੀ ਵੀਰ ਜੀ ਕੱਲ ਇਹ ਵੀ ਗੱਲ ਹੋ ਰਹੀ ਸੀ, ਨਵੇਂ ਜਿਹੜੇ ਮੰਤਰੀ ਬਣੇ ਇਹਨਾਂ ਨੂੰ ਥੋੜੀ ਟ੍ਰੇਨਿੰਗ ਦਿਓ ਆਪਣੇ ਨੂੰ ਜੀ। ਸ਼ਸ਼ੀ ਜੀ ਨੂੰ, ਸ਼ਸ਼ੀ ਜੀ ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਐਵਰੀ ਡੇ ਇਜ਼ ਅ ਰਨਿੰਗ ਡੇ ਸਰ। ਸ਼ਸ਼ੀ ਜੀ ਸੁਣ ਪਾ ਰਹੇ ਹੋ ਮੈਨੂੰ? ਲੈਟਸ ਲੀਵ ਨਾਓ, ਅ ਲੋਟ ਆਫ ਪੀਪਲ ਵੇਟਿੰਗ। ਥੈਂਕ ਯੂ ਸਾਹਿਬ, ਥੈਂਕ ਯੂ ਸ਼ਸ਼ੀ ਵੀਰ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਸਾਡੇ ਮਹਿਮਾਨ ਅੱਜ ਸਾਡੇ ਨਾਲ ਜੁੜੇ ਸੀ, ਪਰ ਡਿਬੇਟ ਦੇ ਵਿੱਚ ਹੀ ਉਹਨਾਂ ਨੇ ਜਾਣਾ ਮੁਨਾਸਬ ਸਮਝਿਆ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿਹੜਾ ਮੁੱਦਾ ਹੈ ਉਹਦੇ ਉੱਤੇ ਗੱਲਬਾਤ ਤਾਂ ਹੋ ਗਈ ਹੈ, ਪਰ ਇਸ ਗੱਲਬਾਤ ਦੇ ਵਿੱਚ ਉਹਨਾਂ ਨੇ ਜਿਹੜੀ ਸਾਰੀ ਗੱਲ ਹੈ, ਜੇ ਚਾਹੇ ਬੀਜੇਪੀ ਦੇ ਕੈਂਡੀਡੇਟ ਬੁਲਾਰੇ ਦੀ ਗੱਲ ਕਰੀਏ, ਕਮਲ ਸੋਈ ਸਾਡੇ ਨਾਲ ਜੁੜੇ ਸੀ, ਜਗਮੀਤ ਢਿੱਲੋਂ ਸਾਡੇ ਨਾਲ ਜੁੜੇ ਸੀ, ਪਰ ਉਹਨਾਂ ਦੇ ਵੱਲੋਂ ਇਹੀ ਕਿਹਾ ਗਿਆ ਹੈ ਕਿ ਜਿਹੜੀ ਪਾਰਟੀ ਦੀ ਮੌਜੂਦਾ ਸਰਕਾਰ ਹੈ ਉਹਦੀ ਫੇਲੀਅਰ ਹੈ, ਉਹਦੀ ਫੇਲੀਅਰ ਨੂੰ ਦੱਸਦੇ ਹੋਏ ਉਹਨਾਂ ਨੇ ਇਹੀ ਗੱਲ ਕੀਤੀ ਹੈ ਕਿ ਜਿਹੜੀ ਸਰਕਾਰ ਹੈ, ਸਰਕਾਰ ਨੂੰ ਇਹਦੇ ਤੇ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ। ਹਾਲਾਂਕਿ ਉਹਨਾਂ ਦੇ ਵੱਲੋਂ ਪਰਚਾ ਵੀ ਕਰ ਦਿੱਤਾ ਗਿਆ, ਪਰਚਾ ਕਰਨ ਤੋਂ ਬਾਅਦ ਸਰਕਾਰ ਦੇ ਵੱਲੋਂ ਹੁਣ ਅੱਗੇ ਕੀ ਕਦਮ ਚੁੱਕੇ ਜਾਂਦੇ ਨੇ, ਉਹਨਾਂ ਨੂੰ ਕਿੱਦਾਂ ਦੀ ਸਜ਼ਾ ਹੁੰਦੀ ਹੈ, ਕਿੱਦਾਂ ਦਾ ਕਾਨੂੰਨ ਬਣਾਇਆ ਜਾਂਦਾ ਹੈ, ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਹੋਏਗੀ। ਸੋ ਕੱਲ ਦੀ ਜਿਹੜੀ ਘਟਨਾ ਹੈ ਉਸਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਉਸ ਘਟਨਾ ਦੇ ਨਾਲ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਭਾਰੀ ਉਹਨਾਂ ਦੇ ਦਿਲਾਂ ਦੇ ਉੱਤੇ ਠੇਸ ਪਹੁੰਚੀ ਹੈ ਕਿ ਇਹ ਕਿਉਂ ਹੋਇਆ, ਇਹ ਨਹੀਂ ਹੋਣਾ ਚਾਹੀਦਾ ਸੀ, ਕਿਉਂਕਿ ਸਰਕਾਰ ਦੇ ਵੱਲੋਂ ਵੱਡੇ ਕਾਨੂੰਨ ਬਣਾਏ ਜਾਂਦੇ ਨੇ। ਜੇਕਰ ਗੱਲ ਕਰੀਏ ਇਹਨਾਂ ਮੌਤਾਂ ਦੀ ਅਸਲ ਜ਼ਿੰਮੇਵਾਰ ਕੌਣ ਹੈ, ਇਹਦੇ ਉੱਤੇ ਗੱਲ ਕੀਤੀ ਜਾਂਦੀ ਹੈ, ਤੇ ਇਸ ਗੱਲ ਤੋਂ ਬਾਅਦ ਹੋਰ ਕਿੰਨੇ ਰਿਤਿਕ ਅਸੀਂ ਗਵਾਵਾਂਗੇ, ਅਸੀਂ ਇਹ ਵਾਲੀ ਗੱਲ ਕੀਤੀ। ਤੇ ਉਸ ਤੋਂ ਬਾਅਦ ਜੇ ਗੱਲ ਕਰੀਏ 2009 ਤੋਂ ਲੈ ਕੇ 2019 ਤੱਕ 40 ਬੱਚਿਆਂ ਦੀ ਮੌਤ ਹੋਈ ਹੈ, ਜਿਹੜੀ ਉਹ ਰਹੀ ਹੈ। 28 ਕਰੋੜ ਦੇ ਕਰੀਬ ਜਿਹੜੇ ਬੋਰਵੈਲ ਨੇ ਉਹ ਹੋਏ ਨੇ, ਉਹਨਾਂ ਦੇ ਉੱਤੇ ਕੀ ਕਾਨੂੰਨ ਬਣਾਇਆ ਗਿਆ ਹੈ, ਕੀ ਗੱਲ ਹੋ ਰਹੀ ਹੈ ਉਹਦੇ ਉੱਤੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ। ਜੇ ਗੱਲ ਕਰੀਏ ਰੈਸਕਿਊ ਦੀ, ਤੇ 70% ਦੇ ਖਿਲਾਫ ਪ੍ਰਤੀਸ਼ਤ ਜਿਹੜੇ ਅਸਫਲ ਹੁੰਦੇ ਨੇ ਰੈਸਕਿਊ, ਜਦੋਂ ਹੁੰਦੇ ਨੇ ਕੋਈ ਬੱਚਾ ਗਿਰਦਾ ਹੈ ਜਾਂ ਕੋਈ ਬੰਦਾ ਗਿਰਦਾ ਹੈ ਬੋਰਵੈਲ ਦੇ ਵਿੱਚ, ਉਸ ਤੋਂ ਬਾਅਦ ਜਦੋਂ ਜਿਹੜਾ ਰੈਸਕਿਊ ਹੁੰਦਾ ਹੈ ਉਹ 70% ਦੇ ਜਿਹੜੇ ਕਰੀਬ ਨੇ ਉਹ ਅਸਫਲ ਹੋ ਜਾਂਦੇ ਨੇ। ਦਾ ਅਸਲ ਜ਼ਿੰਮੇਵਾਰ ਕੌਣ ਹੈ? ਉਹ ਆਮ ਲੋਕ ਜੋ ਇਹਨਾਂ ਬੋਰਵੈਲਾਂ ਨੂੰ ਖੋਦਣ ਤੋਂ ਬਾਅਦ ਇੰਜ ਹੀ ਖੁੱਲਾ ਛੱਡ ਦਿੰਦੇ ਨੇ, ਜਾਂ ਫਿਰ ਪ੍ਰਸ਼ਾਸਨ ਜੋ ਇਹਨਾਂ ਖੁੱਲੇ ਪਏ ਬੋਰਵੈਲਾਂ ਨੂੰ ਨਹੀਂ ਪੜਦਾ ਤੇ ਨਾ ਹੀ ਖੋਦਣ ਵਾਲੇ ਲੋਕਾਂ ਤੇ ਬੀਤੇ ਦਿਨੀ ਪੰਜਾਬ ਭਰ ਨੇ ਦਿਲ ਦਹਿਲਾਉਣ ਵਾਲਾ ਮਾਮਲਾ ਦੇਖਿਆ, ਜਿਸ ਨੇ ਸਭ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ। ਹੁਸ਼ਿਆਰਪੁਰ ਦੇ ਗੜਦੀਵਾਲਾ ਖੇਤਰ ਦੇ ਪਿੰਡ ਬਹਿਰਾਮਪੁਰ 'ਚ ਰਿਤਿਕ ਨਾਮ ਦੇ ਬੱਚੇ ਦੀ 100 ਫੁੱਟ ਬੋਰਵੈਲ 'ਚ ਡਿੱਗਣ ਕਾਰਨ ਮੌਤ ਹੋ ਗਈ, ਜੋ ਕਿ ਮਹਿਜ਼ 6 ਸਾਲ ਦਾ ਸੀ। ਆਪਣੇ ਦਿਲ ਦੇ ਟੁਕੜੇ ਦੇ ਚਲੇ ਜਾਣ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ ਕੇ ਬੁਰਾ ਹਾਲ ਹੈ। ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਉਹ ਕੀ ਕਰਨ। ਇਹਨਾਂ ਨੇ ਜਿਹੀ ਜਾਨ ਸਵੇਰ ਵੇਲੇ ਖੇਡਦੀ ਬੋਰਵੈਲ 'ਚ ਡਿੱਗ ਗਈ, ਜਿਸ ਤੋਂ ਬਾਅਦ ਪੁਲਿਸ ਤੇ NDRF ਦੀਆਂ ਟੀਮਾਂ ਬੱਚੇ ਨੂੰ ਬਚਾਉਣ 'ਚ ਲੱਗੀਆਂ ਹੋਈਆਂ ਸਨ ਤੇ ਉਸ ਨੂੰ ਸ਼ਾਮ ਵੇਲੇ ਬੋਰਵੈਲ ਵਿੱਚੋਂ 8 ਘੰਟੇ ਦੇ ਵਿੱਚ ਕੱਢ ਵੀ ਲਿਆ ਗਿਆ। ਪਰ ਅਫਸੋਸ ਹਸਪਤਾਲ ਪਹੁੰਚਣ ਦੇ ਬਾਵਜੂਦ ਵੀ ਇਹ ਮਾਸੂਮ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ ਤੇ ਆਪਣੇ ਪਰਿਵਾਰ ਵਾਲਿਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਿਆ।
ਰਿਤਿਕ ਆਪ ਤਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ, ਪਰ ਲੋਕਾਂ ਲਈ ਤੇ ਮੁੱਖ ਤੌਰ ਤੇ ਪ੍ਰਸ਼ਾਸਨ ਲਈ ਵੱਡੇ ਸਵਾਲ ਛੱਡ ਗਿਆ ਹੈ। ਸਭ ਤੋਂ ਵੱਡਾ ਤੇ ਅਹਿਮ ਸਵਾਲ ਇਹ ਖੜਾ ਹੁੰਦਾ ਹੈ ਕਿ ਅਜਿਹੀਆਂ ਘਟਨਾਵਾਂ ਦਾ ਅਸਲ ਜ਼ਿੰਮੇਵਾਰ ਕੌਣ ਹੈ? ਉਹ ਆਮ ਲੋਕ ਜੋ ਇਹਨਾਂ ਬੋਰਵੈਲਾਂ ਨੂੰ ਖੋਦਣ ਤੋਂ ਬਾਅਦ ਇੰਜ ਹੀ ਖੁੱਲਾ ਛੱਡ ਦਿੰਦੇ ਨੇ, ਜਾਂ ਫਿਰ ਪ੍ਰਸ਼ਾਸਨ ਜੋ ਇਹਨਾਂ ਖੁੱਲੇ ਪਏ ਬੋਰਵੈਲਾਂ ਨੂੰ ਨਹੀਂ ਭਰਦਾ ਤੇ ਨਾ ਹੀ ਖੋਦਣ ਵਾਲੇ ਲੋਕਾਂ ਤੇ ਕੋਈ ਕਾਰਵਾਈ ਕਰਦਾ ਹੈ, ਜਿਸ ਕਾਰਨ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਨੇ। ਦੋ 2019 ਵਿੱਚ NDRF ਵੱਲੋਂ ਜਾਰੀ ਕੀਤੇ ਗਏ ਡਾਟਾ ਅਨੁਸਾਰ 2009 ਤੋਂ ਲੈ ਕੇ ਸਾਲ 2019 ਤੱਕ ਹੀ ਸਿਰਫ 40 ਬੱਚਿਆਂ ਦੀ ਬੋਰਵੈਲ 'ਚ ਡਿੱਗਣ ਕਾਰਨ ਮੌਤ ਹੋ ਗਈ ਸੀ ਤੇ ਬੋਰਵੈਲ 'ਚ ਡਿੱਗਣ ਵਾਲੇ ਬੱਚਿਆਂ ਨੂੰ ਬਚਾਉਣ ਲਈ ਚਲਾਏ ਜਾਣ ਵਾਲੇ 70% ਦੇ ਆਪਰੇਸ਼ਨ ਫੇਲ ਹੁੰਦੇ ਨੇ ਤੇ ਰੈਸਕਿਊ ਦੀਆਂ ਟੀਮਾਂ ਬੱਚਿਆਂ ਦੀਆਂ ਜਾਨਾਂ ਬਚਾਉਣ 'ਚ ਅਸਫਲ ਰਹਿੰਦੀਆਂ ਨੇ। ਬੋਰਵੈਲਾਂ ਕਾਰਨ ਹੋਣ ਵਾਲੇ ਹਾਦਸੇ ਹਮੇਸ਼ਾ ਹੀ ਕੁਝ ਅਣਗਹਿਲੀਆਂ ਕਾਰਨ ਵਾਪਰਦੇ ਨੇ, ਜਦੋਂ ਬੋਰਵੈਲਾਂ ਨੂੰ ਵਰਤਣ ਤੋਂ ਬਾਅਦ ਇੰਜ ਹੀ ਬਿਨਾਂ ਭਰੇ ਜਾਂ ਢੱਕੇ ਛੱਡ ਦਿੱਤਾ ਜਾਂਦਾ ਹੈ ਜਾਂ ਫਿਰ ਹੋਰ ਅਣਗਹਿਲੀਆਂ। ਭਾਰਤ ਭਰ ਦੇ ਵਿੱਚ 2.7 ਕਰੋੜ ਦੇ ਕਰੀਬ ਬੋਰਵੈਲ ਨੇ ਤੇ ਇਹਨਾਂ ਵਿੱਚੋਂ ਕਈਆਂ ਨੂੰ ਇੰਜ ਹੀ ਖੁੱਲਾ ਛੱਡਿਆ ਗਿਆ ਹੈ। ਕਿਉਂਕਿ ਪਾਣੀ ਸੂਬਿਆਂ ਦਾ ਵਿਸ਼ਾ ਹੈ, ਇਸ ਲਈ ਛੱਡੇ ਗਏ ਬੋਰਵੈਲਾਂ ਦਾ ਕੋਈ ਰਾਸ਼ਟਰੀ ਪੱਧਰ ਤੇ ਡਾਟਾਬੇਸ ਮੌਜੂਦ ਹੀ ਨਹੀਂ ਹੈ। ਹਾਲਾਂਕਿ ਫਰਵਰੀ 2010 ਦੇ ਵਿੱਚ ਸੁਪਰੀਮ ਕੋਰਟ ਨੇ ਬੋਰਵੈਲਾਂ ਦੀ ਖੁਦਾਈ ਲਈ ਕੁਝ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਸਨ, ਪਰ ਫਿਰ ਵੀ ਲੋਕਾਂ ਵੱਲੋਂ ਅਣਗਹਿਲੀ ਕਾਰਨ ਕਈ ਮਾਸੂਮਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ ਤੇ ਇਹਨਾਂ ਬੋਰਵੈਲਾਂ ਦੇ 92% ਪੀੜਤ ਬੱਚੇ 10 ਸਾਲ ਤੋਂ ਵੀ ਛੋਟੇ ਹੁੰਦੇ ਨੇ। ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਧਰਤੀ ਹੇਠਲਾ ਪਾਣੀ ਦਾ ਦੁਨੀਆ ਦਾ ਸਭ ਤੋਂ ਵੱਡਾ ਉਪਭੋਗਤਾ ਹੈ ਤੇ ਅਜਿਹੇ ਹਾਦਸੇ ਇਸ ਗੱਲ ਦਾ ਸਾਫ਼ ਪ੍ਰਤੀਕ ਨੇ ਕਿ ਇਹਨਾਂ ਵਿੱਚੋਂ ਜਿਹੜੇ ਬੋਰਵੈਲ ਖੋਦੇ ਜਾਂਦੇ ਨੇ ਉਹਨਾਂ ਨੂੰ ਅਜੇ ਵੀ ਖੁੱਲੇ ਛੱਡਿਆ ਗਿਆ ਹੈ। ਹੁਣ ਤੱਕ ਰਿਤਿਕ ਵਰਗੇ ਕਈ ਮਾਸੂਮ ਇਹਨਾਂ ਬੋਰਵੈਲਾਂ ਕਾਰਨ ਆਪਣੀ ਜਾਨ ਗਵਾ ਚੁੱਕੇ ਨੇ ਤੇ ਅਜਿਹਾ ਵੀ ਨਹੀਂ ਹੈ ਕਿ ਲੋਕ ਜਾਂ ਪ੍ਰਸ਼ਾਸਨ ਇਸ ਸਮੱਸਿਆ ਤੋਂ ਅਣਜਾਣ ਨੇ, ਪਰ ਫਿਰ ਵੀ ਅਜਿਹੀਆਂ ਘਟਨਾਵਾਂ ਵਾਪਰਨੀਆਂ ਹਰ ਕਿਸੇ ਤੇ ਵੱਡੇ ਸਵਾਲ ਖੜਾ ਕਰਦੀਆਂ ਨੇ। ਬੱਚੇ ਇਹਨਾਂ ਵਿੱਚ ਡਿੱਗਦੇ ਰਹਿੰਦੇ ਨੇ ਤੇ ਅੰਕੜਿਆਂ ਵਿੱਚ ਬਦਲਦੇ ਰਹਿੰਦੇ ਨੇ, ਪਰ ਕੋਈ ਵੀ ਇਸ ਸਮੱਸਿਆ ਨੂੰ ਸਹੀ ਕਰਨ ਲਈ ਤਿਆਰ ਹੀ ਨਹੀਂ ਹੈ। ਹੁਣ ਦੇਖਣਾ ਹੀ ਹੋਵੇਗਾ ਕਿ ਪ੍ਰਸ਼ਾਸਨ ਰਿਤਿਕ ਦੀ ਮੌਤ ਤੋਂ ਕੋਈ ਸਬਕ ਲੈਂਦੀ ਹੈ ਜਾਂ ਫਿਰ ਰਿਤਿਕ ਵੀ ਇਹਨਾਂ ਅੰਕੜਿਆਂ ਵਿੱਚੋਂ ਹੀ ਇੱਕ ਬਣ ਕੇ ਰਹਿ ਜਾਂਦਾ ਹੈ। शशि वीर जी ਤੁਸੀਂ ਮੈਨੂੰ ਸੁਣ ਪਾ ਰਹੇ ਹੋ? शशि जी ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਜੀ ਸਰ ਸੁਣ ਪਾ ਰਹੇ ਹਾਂ। ਹਾਂ ਸਰ, ਮੇਰਾ ਸਵਾਲ ਇਹੀ ਹੈ ਕਿ ਜਿਹੜੇ ਇਹ ਘਟਨਾਵਾਂ ਹੁਣ ਜਿਹੜੀ ਘਟਨਾ ਹੋ ਗਈ ਹੈ ਉਸ ਤੋਂ ਬਾਅਦ ਸਰਕਾਰ ਹਰਕਤ ਦੇ ਵਿੱਚ ਹੈ, ਸਰਕਾਰ ਦੇ ਵੱਲੋਂ ਉਹਨਾਂ ਤੇ ਪਰਚਾ ਵੀ ਕੀਤਾ ਗਿਆ ਹੈ, ਪਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਘਟਨਾਵਾਂ ਨੂੰ ਰੋਕਣ ਦੇ ਲਈ ਕੀ ਸਰਕਾਰ ਦੇ ਵੱਲੋਂ ਕੀ ਰਣਨੀਤੀ ਹੋ ਸਕਦੀ ਹੈ? ਰਿਤਿਕ ਦੇ ਪਰਿਵਾਰ ਵਾਲਿਆਂ ਵੱਲੋਂ ਕੰਪਲੇਂਟ ਹੈ ਕਿ ਆਲਰੇਡੀ FIR ਲੌਂਚ ਕਰ ਦਿੱਤੀ ਗਈ ਹੈ, ਬਣਦੀ ਧਾਰਾਵਾਂ ਹਿੱਤ FIR ਦਰਜ ਹੋ ਚੁੱਕੀ ਹੈ, ਇਨਵੈਸਟੀਗੇਸ਼ਨ ਫਰਦਰ ਸਟਾਰਟ ਹੋ ਜਾਏਗੀ ਜੀ, ਕਿਉਂਕਿ ਲਾਅ ਇਟਸ ਆਲਰੇਡੀ ਅਵੇਲੇਬਲ ਹੈ। ਅਗਰ ਕੋਈ ਵੀ ਬੰਦਾ ਕੋਈ ਐਸਾ ਐਕਟ ਕਰਦਾ ਹੈ ਜਿਹਦੇ ਕਰਕੇ ਉਹਦਾ ਨੈਗਲੀਜੈਂਟ ਐਕਟ ਹੈ, ਜਿਹਦੇ ਕਰਕੇ ਕਿਸੇ ਦੀ ਮੌਤ ਹੋ ਜਾਂਦੀ ਹੈ, ਉਹਦੇ ਲਈ ਆਲਰੇਡੀ ਲਾਅ IPC ਇੰਡੀਅਨ ਪੀਨਲ ਕੋਡ ਚ ਪ੍ਰੋਵੀਜ਼ਨਸ ਅਵੇਲੇਬਲ ਨੇ। ਹੁੰਦਾ ਕੀ ਹੈ ਕਿ FIRs ਨਹੀਂ ਦਰਜ ਹੋ ਪਾਉਂਦੀਆਂ ਜਾਂ ਫਿਰ ਜੋ ਅਣਗਹਿਲੀ ਹੋ ਜਾਂਦੀ ਹੈ, ਪ੍ਰਸ਼ਾਸਨ ਨੇ ਬਿਨਾਂ ਕਿਸੇ ਦੇਰੀ ਤੋਂ FIR ਲੌਂਚ ਕਰ ਦਿੱਤੀ ਗਈ ਹੋਈ ਹੈ। ਹੁਣ ਸਾਨੂੰ ਇੱਥੋਂ ਸਿੱਖ ਲੈਣ ਦੀ ਲੋੜ ਹੈ। ਅਗਰ ਫਰਦਰ ਪੰਜਾਬ ਸਰਕਾਰ ਨੂੰ ਲੱਗਦਾ ਹੈ ਕਿ ਇਹਦੇ ਵਿੱਚ ਅੱਗੇ ਕੋਈ ਪਾਲਿਸੀਜ਼ ਨਵੀਆਂ ਲੈ ਕੇ ਆਉਣ ਦੀ ਲੋੜ ਹੈ, ਚਾਹੇ ਲੋਕਾਂ ਨੂੰ ਜਾਗਰੂਕ ਕਰਨ ਦੀ ਵੱਲੋਂ ਹੈ, ਚਾਹੇ ਬੋਰਵੈਲਸ ਨੂੰ ਕਵਰ ਕਰਨ ਵਾਸਤੇ ਹੈ, ਚਾਹੇ ਇਲੀਗਲ ਬੋਰਵੈਲਸ ਨੇ ਉਹਨਾਂ ਤੇ ਬਣਦੀ ਕਾਰਵਾਈ ਬਿਲਕੁਲ ਕੀਤੀ ਜਾਏ। ਜੀ ਕੱਲ ਸਾਡੇ ਨਾਲ ਗੱਲ ਹੋਈ ਹੈ, ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ ਉੱਥੇ ਮੌਜੂਦ ਸੀਗੇ ਔਰ ਇੰਡੀਆ ਨਿਊਜ਼ ਦੇ ਨਾਲ ਉਹਨਾਂ ਨੇ ਗੱਲਬਾਤ ਵੀ ਕੀਤੀ ਔਰ ਗੱਲਬਾਤ ਤੋਂ ਬਾਅਦ ਉਹਨਾਂ ਨੇ ਇਹੀ ਕਿਹਾ ਕਿ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿਹੜੀ ਉਹਨਾਂ ਦੀ ਮੈਨੂੰ ਗੱਲ ਠੀਕ ਲੱਗੀ, ਉਹਨਾਂ ਨੇ ਕਿਹਾ ਕਿ ਪਹਿਲੇ ਸਮੇਂ ਦੇ ਵਿੱਚ ਜਿਹੜੇ ਰੈਸਕਿਊ ਹੁੰਦੇ ਸੀਗੇ ਉਹਦੇ ਵਿੱਚ 36 ਘੰਟੇ 48 ਘੰਟੇ ਲੱਗ ਜਾਂਦੇ ਸੀ, ਪਰ ਅਸੀਂ 8-8.5 ਘੰਟਿਆਂ ਦੇ ਵਿੱਚ ਜਿਹੜਾ ਬੱਚੇ ਦਾ ਰੈਸਕਿਊ ਕੀਤਾ, ਪਰ ਉਸ ਤੋਂ ਬਾਅਦ ਵੀ ਉਹਦੀ ਜਾਨ ਨਹੀਂ ਬਚਾਈ ਜਾ ਸਕੀ। ਪਰ ਗੱਲ ਇਹ ਵੀ ਉੱਥੇ ਨਿਕਲ ਕੇ ਆ ਰਹੀ ਸੀ ਕਿ ਕੁਝ ਸਮਾਂ NDRF ਅਤੇ ਜਿਹੜੀ ਦੂਸਰੀ ਲੋਕਲ ਟੀਮ ਸੀਗੀ ਉਹਦੇ ਵਿੱਚ ਇਹ ਰਾਬਤਾ ਕਾਇਮ ਕਰਨ ਨੂੰ ਲੱਗ ਗਿਆ ਕਿ ਪਹਿਲਾਂ ਕਿਸ ਤਰੀਕੇ ਦੇ ਨਾਲ ਪਹਿਲਾਂ ਮਿੱਟੀ ਪੱਟੀ ਜਾਏਗੀ ਜਾਂ ਉਹਨੂੰ ਸਿੱਧਾ ਜਿਹੜਾ ਕੁੰਡੀ ਪਾ ਕੇ ਬਾਹਰ ਖਿੱਚਣਾ। ਕੁਝ ਇਸ ਤਰ੍ਹਾਂ ਦਾ ਵੀ ਉੱਥੇ ਘਟਨਾ ਹੋਈ ਸੀਗੀ ਜਿਹਦੇ ਕਰਕੇ ਥੋੜਾ ਸਮਾਂ ਲੱਗ ਗਿਆ। ਜੀ ਉਦੋਂ ਸਟਾਰਟਿੰਗ 'ਚ ਇੱਕ ਚੀਜ਼ ਪਹਿਲਾਂ ਹੋਰ ਦੇਖੀ ਗਈ ਕਿ ਬੱਚੇ ਦੇ ਜਿਹੜੇ ਕੱਪੜੇ ਸੀਗੇ, ਜੋ ਇਨਵੈਸਟੀਗੇਸ਼ਨ ਸਾਹਮਣੇ ਕਿ ਬੱਚੇ ਦੇ ਕੱਪੜੇ ਵੀ ਏਡੇ ਹਾਰਡ ਨਹੀਂ ਪਾਏ ਤਾਂ ਕਿ ਉਹਨੂੰ ਕੁੰਡੀ ਪਾ ਕੇ ਉੱਪਰ ਖਿੱਚਿਆ ਜਾ ਸਕੇ। ਕਿਉਂਕਿ ਜਦੋਂ ਇਹ NDRF ਆਉਂਦੀ ਹੈ ਦੂਸਰੀ ਕੰਪਨੀ ਦਾ, ਸਭ ਤੋਂ ਪਹਿਲਾਂ ਇੱਕ ਪਲਾਨ ਤਿਆਰ ਕਰਦੇ ਕਿਸ ਤਰੀਕੇ ਤਾਂ ਕਿ ਬੱਚੇ ਨੂੰ ਕਿਸੇ ਤਰੀਕੇ ਹਰਟ ਨਾ ਹੋਵੇ। ਦੂਸਰਾ, ਬੜੀ ਮੰਦਭਾਗੀ ਘਟਨਾ ਹੋਈ ਹੈ, ਆਪਰੇਸ਼ਨ ਤਾਂ ਜਲਦੀ ਹੋ ਗਿਆ ਕੰਪਲੀਟ, ਬਟ
ਅਨਫੋਰਚੂਨੇਟਲੀ ਅਸੀਂ ਰਿਤਿਕ ਨੂੰ ਗਵਾ ਲਿਆ। ਹੁਣ ਜਦੋਂ ਹੁਣ ਉਹਦੀ ਜਿਹੜੀ ਫਰਦਰ ਰਿਪੋਰਟਸ ਆਈਆਂ ਡਾਕਟਰ ਦੀ ਬਾਜੀ ਦੇ ਵਿੱਚ ਪਤਾ ਲੱਗਾ ਉਹਦੇ ਲੰਗਸ ਆਲਰੇਡੀ ਪਾਣੀ ਭਰਿਆ ਜਾ ਚੁੱਕਿਆ ਸੀਗਾ। ਸੋ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਕਿ ਜਿਸ ਲੈਵਲ ਤੱਕ ਬੱਚਾ ਗਿਆ ਤਾਂ ਆਲਰੇਡੀ ਪਾਣੀ ਇੰਨਾ ਕੁ ਜ਼ਿਆਦਾ ਅਵੇਲੇਬਲ ਸੀ ਕਿ ਉਹਦੇ ਕੋਲ ਆਲਰੇਡੀ ਲੰਗਸ 'ਚ ਪਾਣੀ ਜਾ ਚੁੱਕਿਆ ਸੀਗਾ। ਕੁਝ ਜਿਹੜੇ ਦੀ ਉਹਦੇ ਲਈ ਕੁਝ ਸਮਾਂ ਵੀ ਸਰਵਾਈਵ ਕਰਨਾ ਕਾਫੀ ਮੁਸ਼ਕਿਲ ਸੀਗਾ। ਜੀ ਜਗਮੀਤ ਢਿੱਲੋਂ ਜੀ, ਉੱਥੇ ਤੁਸੀਂ ਗੱਲ ਕੀਤੀ ਸੀ ਕਿ ਜਿਹੜਾ ਢੱਕਣ ਆਂਦਾ ਹੈ, ਢੱਕਣ ਬੜਾ ਸਸਤਾ ਹੁੰਦਾ, ਕੋਈ ਢੱਕਣ ਦੀ ਜ਼ਿਆਦਾ ਕੀਮਤ ਨਹੀਂ ਹੁੰਦੀ, ਹਾਲਾਂਕਿ ਬੋਰਵੈਲ ਕਰਾਉਣ ਦੇ ਉੱਤੇ ਪੈਸੇ ਜ਼ਿਆਦਾ ਲੱਗਦੇ ਨੇ। ਪਰ ਉੱਥੇ ਜਿਹੜੇ ਸਾਡੇ ਸਹਿਯੋਗੀ ਮੌਜੂਦ ਸੀਗੇ ਕੱਲ, ਉਹਨਾਂ ਨੇ ਜਿਹੜੀ ਨਾਨ ਸਟਾਪ ਕਵਰੇਜ ਉੱਥੇ ਦੀ ਦਿਖਾਈ ਹੈ, ਉਹਨਾਂ ਦਾ ਕਹਿਣਾ ਸੀ ਕਿ ਉਹਦੇ ਉੱਤੇ ਜਿਹੜਾ ਬੋਰਵੈਲ ਦੇ ਉੱਤੇ ਢੱਕਣ ਦਿੱਤਾ ਸੀ, ਉੱਥੇ ਤੇ ਲੋਕਲ ਲੋਕਾਂ ਦਾ ਕਹਿਣਾ ਵੀ ਉਹ ਢੱਕਣ ਚੋਰੀ ਹੋ ਗਿਆ ਸੀ, ਢੱਕਣ ਚੋਰੀ ਹੋ ਗਿਆ ਸੀ, ਜਿਸ ਤੋਂ ਬਾਅਦ ਉਹਦੇ ਉੱਤੇ ਬੋਰੀ ਦੇ ਦਿੱਤੀ ਗਈ। ਪਰ ਕੀ ਜੇ ਇੱਕ ਵਾਰੀ ਢੱਕਣ ਚੋਰੀ ਹੋ ਗਿਆ ਤੇ ਕੀ ਇਹ ਨਹੀਂ ਸੀ ਚਾਹੀਦਾ ਵੀ ਉਹਦੇ ਤੇ ਢੱਕਣ ਦੁਬਾਰਾ ਦਿੱਤਾ ਜਾਵੇ? ਸਾਡੇ ਲੋਕਾਂ ਦੀ ਇਹ ਗਲਤੀ ਨਹੀਂ ਹੈ? ਜੀ ਮੈਂ ਸਮਝਦਾ ਕਿ ਇਹ ਕਹਿ ਕੇ ਸਿਰਫ ਪੱਲਾ ਝਾੜ ਲੈਣਾ ਕਿ ਢੱਕਣ ਚੋਰੀ ਹੋ ਗਿਆ ਸੀ, ਇਹ ਤਾਂ ਸਿਰਫ ਕਾਨੂੰਨੀ ਕਾਰਵਾਈ ਤੋਂ ਬਚਣ ਦੇ ਲਈ ਉਸ ਸ਼ਖਸ ਵੱਲੋਂ ਬਾਅਦ ਵਿੱਚ ਇਦਾਂ ਦੀਆਂ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਨੇ। ਬਟ ਸਾਨੂੰ ਸਾਰਿਆਂ ਨੂੰ ਪਤਾ ਹੈ, ਆਮ ਤੌਰ ਤੇ ਤੁਸੀਂ ਅੱਜ ਪਿੰਡਾਂ ਵਿੱਚ ਜਾ ਕੇ ਦੇਖ ਲਓ, ਕਿਤੇ ਕਿਤੇ ਜਿੱਥੇ ਚਾਹੇ ਬਾਹਰ ਖੇਤਾਂ ਵਿੱਚ ਨੇ ਜਾਂ ਕਿਸੇ ਖਾਲੀ ਮੈਦਾਨ ਕੋਲ ਜਿੱਥੇ ਕੋਈ ਕਿਸੇ ਨੇ ਬਣਾਉਣੀ ਹੈ, ਚਾਰ ਦੀਵਾਰੀ ਕਰਨੀ ਹੈ, ਖੁੱਲੇ ਬੋਰ ਪਏ ਨੇ, ਕੋਈ ਢੱਕਣ ਨਹੀਂ ਜੇ ਦਿੰਦਾ। ਮੈਂ ਸਮਝਦਾ ਸਰਕਾਰ ਨੂੰ ਇੱਥੇ ਥੋੜੀ ਜੀ ਹੋਰ ਸਖਤੀ ਕਰਨੀ ਚਾਹੀਦੀ ਹੈ। ਅਤੇ ਮੋਰ ਓਵਰ ਸਾਨੂੰ ਲੋਕਾਂ ਦੀ ਕੀ ਪ੍ਰੋਬਲਮ ਹੈ, ਅਸੀਂ ਸਰਕਾਰ ਨੂੰ ਤਾਂ ਕੋਸਦੇ ਰਹਿੰਦੇ ਹਾਂ ਕਿ ਸਰਕਾਰ ਇਹ ਨਹੀਂ ਕਰਦੀ। ਆਮ ਲੋਕ ਆਪਣੀਆਂ ਜਿਹੜੀਆਂ ਕਨਸਟੀਟਿਊਸ਼ਨਲ ਰਾਈਟਸ ਨੇ ਉਹਨਾਂ ਬਾਰੇ ਤਾਂ ਬੜੇ ਬਰੀਕੀ ਨਾਲ ਜਾਣਦੇ ਨੇ, ਬਟ ਆਪਣੀਆਂ ਡਿਊਟੀਆਂ ਬਾਰੇ ਕਿਉਂ ਨਹੀਂ ਜਾਣਦੇ? ਕਿਉਂ ਨਹੀਂ ਲੋਕ ਆਪਣੀਆਂ ਡਿਊਟੀਆਂ ਪਰਫਾਰਮ ਕਰਨਾ ਚਾਹੁੰਦੇ ਕਿ ਸਾਡੀਆਂ ਕਿਸੇ ਸਮਾਜ ਦੇ ਪ੍ਰਤੀ ਡਿਊਟੀਆਂ ਵੀ ਨੇ? ਤੇ ਮੈਂ ਸਮਝਦਾ ਕੋਈ 80 ਰੁਪਏ ਦਾ ਢੱਕਣ ਚੋਰੀ ਕਰਕੇ ਲੈ ਕੇ ਜਾਊਗਾ, ਇਹ ਗੱਲ ਸਾਨੂੰ ਹਜਮ ਨਹੀਂ ਹੁੰਦੀ ਕਿ ਕੌਣ ਲੈ ਕੇ ਜਾਊਗਾ? ਅਗਰ ਕਿਸੇ ਨੇ ਬੋਰ ਕਰਾਇਆ ਹੋ ਤਾਂ ਉਹਦੇ ਹੀ ਕੰਮ ਆਊਗਾ ਕਿ ਉਸ ਪੈਪ ਦੇ ਉੱਤੇ ਢੱਕਣ ਲਈ ਕੋਈ 80 ਰੁਪਏ ਅਗਲੇ ਹਜ਼ਾਰਾਂ ਦਾ ਕਰਦਾ ਤੇ 80-90 ਰੁਪਏ ਦਾ ਢੱਕਣ, ਅਜਿਹੀ ਗੱਲ ਨਾਲ ਮੈਂ ਸਹਿਮਤ ਨਹੀਂ ਹਾਂ। ਮੋਰ ਓਵਰ ਮੈਂ ਉੱਥੇ ਕੱਲ ਮੰਤਰੀ ਜੀ ਜਦੋਂ ਜਿੰਪਾ ਜੀ ਗਏ ਸੀ, ਉੱਥੇ ਇਹ ਵੀ ਕਹਿ ਰਹੇ ਸੀ ਕਿ ਕਿਤੇ ਨਾ ਕਿਤੇ ਉਹਨਾਂ ਨੇ ਜਦੋਂ ਇਹ ਗੱਲ ਕਹੀ ਵੀ ਇਹ ਬੜੀ ਮੰਦਭਾਗੀ ਗੱਲ ਹੈ ਅਤੇ ਉਹ ਬੱਚੇ ਦੀ ਇੱਕ ਕੁਰਬਾਨੀ ਹੈ, ਇਦਾਂ ਦੀ ਵੀ ਗੱਲ ਜਿੰਪਾ ਜੀ ਨੇ ਉੱਥੇ ਕਹੀ। ਮੈਨੂੰ ਇਹ ਨਹੀਂ ਸੱਪੀ ਉਹਨਾਂ ਨੇ ਸਮਾਜ ਨੂੰ ਸੇਧ ਦੇਣੀ। ਮੈਂ ਸਮਝਦਾ ਅਜਿਹੀ ਗੱਲ ਜਿੰਪਾ ਜੀ ਬੜੇ ਮਾਣਯੋਗ ਨੇ, ਬੜੇ ਸਿਆਣੇ ਮੰਤਰੀ ਨੇ, ਅਜਿਹੀ ਗੱਲ ਉਹਨਾਂ ਨੂੰ ਉੱਥੇ ਨਹੀਂ ਸੀ ਕਰਨੀ ਚਾਹੀਦੀ। ਅਜਿਹੀਆਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਤੇ ਇਸ ਤੋਂ ਮੈਂ ਅੱਗੇ ਇੱਕ ਹੋਰ ਤੁਹਾਨੂੰ ਅਹਿਮ ਗੱਲ ਦੱਸਾਂ ਕਿ 304A ਦੇ ਤਹਿਤ ਜਿਹੜਾ ਮੁਕੱਦਮਾ ਜਿਹੜਾ ਦਰਜ ਹੋਇਆ ਹੈ, ਉਸ ਦੇ 304A ਦੇ ਤਹਿਤ ਜਿੰਨੇ ਮੁਕੱਦਮੇ ਮੋਸਟ ਦਰਜ ਹੁੰਦੇ ਨੇ ਉਹ ਅੰਤ ਵਿੱਚ ਆ ਕੇ ਰਾਜੀਨਾਮਿਆਂ ਤੇ ਮੁੱਕ ਜਾਂਦੇ ਨੇ ਕਿ ਜਿਹੜੀ ਪਾਰਟੀ ਹੁੰਦੀ ਹੈ ਉਹ ਰਾਜੀਨਾਮੇ ਕਰ ਦਿੰਦੀ ਹੈ, ਤੇ ਫਿਰ ਉਹ ਜਿਹੜੇ ਪਾਰਟੀ ਤੇ ਮੁਕੱਦਮਾ ਹੋਇਆ ਹੁੰਦਾ ਹੈ ਉਹ ਵੀ ਪਾਸੇ ਹੋ ਜਾਂਦਾ ਹੈ। ਜਿਹੜਾ ਕੋਈ ਪੁਲਿਸ ਦਾ ਆਈਓ ਹੁੰਦਾ ਹੈ, ਪੁਲਿਸ ਨੇ ਉਹ ਵੀ ਆਪਣੀ ਡਿਊਟੀ ਨਹੀਂ ਪਰਫਾਰਮ ਕਰਦਾ ਕਿ ਕਿਤੇ ਨਾ ਕਿਤੇ ਬਹੁਤ ਘੱਟ ਸਜ਼ਾਵਾਂ ਮਿਲਦੀਆਂ ਨੇ। ਉਸ ਤੇ ਵੀ ਸਾਡੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਕਿ ਇੱਕ ਨੂੰ ਸਿਰਫ ਸਜ਼ਾ ਨਹੀਂ, ਉਹ ਇੱਕ ਸਾਰੇ ਸਮਾਜ ਨੂੰ ਸੇਧ ਮਿਲਦੀ ਹੈ। ਤੇ ਇਸ ਤੇ ਜਾਗਰੂਕਤਾ ਦੀ ਹੋਰ ਵੀ ਲੋੜ ਹੈ। ਜੀ ਸ਼ਸ਼ੀ ਵੀਰ ਜੀ, ਪੰਜਾਬ ਸਰਕਾਰ ਦੇ ਵੱਲੋਂ ਅਕਸਰ ਕਿਹਾ ਜਾ ਰਿਹਾ ਕਿ ਸਿੱਧੀ ਬਿਜਾਈ ਕਰਨੀ ਚਾਹੀਦੀ, ਕਿਸਾਨਾਂ ਨੂੰ ਪਾਣੀ ਦਾ ਜਿਹੜਾ ਲੈਵਲ ਹੈ ਬੜਾ ਡਿੱਗ ਗਿਆ, ਪਾਣੀ ਨੂੰ ਬਚਾਉਣਾ ਹੈ, ਤੇ ਉਹਦੇ ਨਾਲ ਹੀ ਜਿਹੜੀ ਬੋਰ ਜਿਹੜੇ ਕਰ ਰਹੇ ਨੇ ਲੋਕ, ਕੀ ਉਹਦੇ ਨਾਲ ਪਾਣੀ ਦੀ ਜਿਹੜੀ ਬੋਰ ਜਦੋਂ ਕਰਦਾ ਹੈ ਕੋਈ ਪਰਮਿਸ਼ਨ ਲੈਂਦਾ ਹੈ ਜਾਂ ਆਪਣੀ ਮਰਜ਼ੀ ਨਾਲ ਬੋਰ ਕਰਵਾ ਲੈਂਦਾ? ਕੀ ਇਹਦੇ ਉੱਤੇ ਵੀ ਕੋਈ ਕਾਨੂੰਨ ਬਣਿਆ ਹੋਇਆ ਜਾਂ ਪ੍ਰਸ਼ਾਸਨ ਦੀ ਨਜ਼ਰ ਦੇ ਵਿੱਚ ਹੁੰਦਾ ਹੈ? ਆਲਰੇਡੀ ਇਹਦੇ ਵੀ ਸਾਰੇ ਜਿਹੜੇ ਐਸਓਪੀਸ ਅਵੇਲੇਬਲ ਨੇ। ਜਿੰਨੇ ਵੀ ਅਗਰ ਬੋਰ ਕਰਨਾ ਉਹਨੂੰ ਸਪੈਸ਼ਲ ਪਰਮਿਸ਼ਨ ਵਗੈਰਾ ਲੈਣੀ ਪੈਂਦੀ ਹੈ। ਪਰਮਿਸ਼ਨ ਲੈ ਕੇ ਅੱਗੇ ਫਰਦਰ ਚਾਹੇ ਕਿਸੇ ਵੀ ਡਿਪਾਰਟਮੈਂਟ ਤੋਂ, ਕੰਸਰਨ ਡਿਪਾਰਟਮੈਂਟ ਤੋਂ ਪ੍ਰੋਸੀਡਿੰਗ ਲੈ ਆਪਾਂ ਪਰਮਿਸ਼ਨਸ ਲੈ ਕੇ ਹੀ ਅੱਗੇ ਚੱਲਦੇ ਹਾਂ ਜੀ। ਹੁਣ ਜਿਹੜੇ ਇਨਸੀਡੈਂਟਸ ਹੁੰਦੇ ਨੇ, ਇਨਸੀਡੈਂਟ ਦੇ ਵਿੱਚ ਪਰਮਿਸ਼ਨ ਹੈਗੀ ਜਾਂ ਪਰਮਿਸ਼ਨ ਨਹੀਂ ਹੈਗੀ ਉਹਦਾ ਮੇਨ ਰੋਲ ਨਹੀਂ ਹੁੰਦਾ। ਉਹਦੇ ਵਿੱਚ ਆਪਣੀ ਜਿਹੜੀ ਵਰਤੀ ਗਈ ਅਣਗਹਿਲੀ ਹੁੰਦੀ ਹੈ। ਜਿਵੇਂ ਦੱਸ ਰਹੇ ਹੋ, ਆਪਾਂ ਢੱਕਣ ਨਹੀਂ ਲਗਾਵਾਂਗੇ ਉਹਦੇ ਉੱਪਰ, ਚਾਹੇ ਤੁਸੀਂ ਪਰਮਿਸ਼ਨ ਲਿੱਤੀ ਹੈ ਚਾਹੇ ਪਰਮਿਸ਼ਨ ਨਹੀਂ ਲਿੱਤੀ। ਅਗਰ ਤੁਸੀਂ ਢੱਕਣ ਨਹੀਂ ਲਗਾਇਆ ਤਾਂ ਵੀ ਉੱਥੇ ਕੋਈ ਘਟਨਾ ਵਾਪਰ ਸਕਦੀ ਹੈ। ਚਾਹੇ ਤੁਸੀਂ ਪਰਮਿਸ਼ਨ ਲੈ ਕੇ ਤੁਸੀਂ ਢੱਕਣ ਨਹੀਂ ਲਗਾਉਂਦੇ ਤਾਂ ਵੀ ਘਟਨਾ ਵਾਪਰ ਸਕਦੀ ਹੈ। ਸੋ ਮੇਰੀ ਇੱਕ ਲੋਕ ਨੂੰ ਇਸ ਟਾਈਮ ਦੇ ਸਮਾਜ ਨੂੰ ਸੇਧ ਲੈਣ ਦੀ ਲੋੜ ਹੈ, ਤੋਂ ਸਿੱਖਣ ਦੀ ਲੋੜ ਹੈ। ਕਿਉਂਕਿ ਮੈਂ ਸਮਝਦਾ ਕਿ ਪੰਚਾਇਤਾਂ ਨੂੰ ਆਪਣੇ ਲੈਵਲ ਦੇ ਉੱਤੇ ਵੀ ਸਰਕਾਰ ਜਿਹੜੀ ਬਣਦੀ ਹੈ ਇਹਦੇ ਵਿੱਚ ਅਵੇਅਰਨੈਸ ਕਰਵਾਏਗੀ ਅੱਗੇ ਫਰਦਰ, ਤੇ ਪੰਚਾਇਤਾਂ ਨੂੰ ਵੀ ਆਪਣੇ ਲੈਵਲ ਤੇ ਲੋਕਾਂ ਨੂੰ ਹਿਦਾਇਤਾਂ ਦੇਣੀਆਂ ਚਾਹੀਦੀਆਂ, ਮਾਲਕਾਂ ਨੂੰ, ਖੇਤ ਮਾਲਕਾਂ ਨੂੰ ਹਿਦਾਇਤਾਂ ਦੇਣੀਆਂ ਚਾਹੀਦੀਆਂ। ਜਿਹੜੇ ਵੀ ਖਾਲੀ ਨੇ, ਜਿਹੜੇ ਢੱਕਣ ਜਿੱਥੇ ਨਹੀਂ ਹੈਗੇ, ਉਹ ਡੈਫੀਨੇਟਲੀ ਉਹਨਾਂ ਨੂੰ ਕਵਰ ਕਰਨਾ ਚਾਹੀਦਾ ਹੈ ਤਾਂ ਕਿ ਅੱਗੋਂ ਤੋਂ ਇਹੋ ਜਿਹਾ ਕੋਈ ਵੀ ਇਨਸੀਡੈਂਟ ਨਾ ਹੋ ਸਕੇ। ਜੀ, ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਵੀ ਪਰਮਿਸ਼ਨ ਲੈਣੀ ਪੈਂਦੀ ਹੈ,
ਇਹਦੇ ਲਈ ਵੀ ਪਰਮਿਸ਼ਨ ਲੈਣੀ ਪੈਂਦੀ ਹੈ ਜਦੋਂ ਬੋਰਵੈਲ ਕਰਾਉਣਾ ਹੁੰਦਾ। ਕੀ ਬੋਰਵੈਲ ਦੇ ਆਲੇ ਦੁਆਲੇ ਕੋਈ ਬਾਉਂਡਰੀ ਨਹੀਂ ਬਣਾਈ ਜਾ ਸਕਦੀ ਕਿ ਬੱਚੇ ਜਾਂ ਕੋਈ ਹੋਰ ਵੀ ਸ਼ਖਸ ਆ ਉਹਨੂੰ ਦੂਰੋਂ ਹੀ ਪਤਾ ਲੱਗ ਜਾਏ ਕਿ ਹਾਂ ਵੀ ਇੱਥੇ ਬੋਰਵੈਲ ਆ ਜਾਂ ਇਹਦੇ ਤੇ ਕੋਈ ਐਸੀ ਥਾਂ ਆ ਜਿਹਨੂੰ ਅਸੀਂ ਕ੍ਰਾਸ ਨਹੀਂ ਕਰਨਾ? ਕਿ ਕੋਈ ਬਾਉਂਡਰੀ ਨਹੀਂ ਕੀਤੀ ਜਾ ਸਕਦੀ? ਇਹਦੀਆਂ ਨਹੀਂ ਹਦਾਇਤਾਂ ਜਾਰੀ ਹੋ ਸਕਦੀਆਂ? ਸਰ ਬਿਲਕੁਲ, ਜਦੋਂ ਵੀ ਕੋਈ ਬੋਰਵੈਲ ਸਟਾਰਟ ਹੁੰਦਾ ਹੈ ਉਹਦੇ ਜਿਹੜੇ ਆਊਟਸਾਈਡ ਬਾਉਂਡਰੀ ਵਾਲ ਲਗਾ ਲਓ, ਚਾਹੇ ਜਦੋਂ ਪ੍ਰੋਸੈਸ ਵਿੱਚ ਹੁੰਦਾ ਸਾਰੀ ਉਹਦੀ ਬਣਦੀ ਜਿਹੜੀ ਦੇਖ ਰੇਖ ਕੀਤੀ ਜਾਂਦੀ ਇਨੀਸ਼ੀਅਲੀ। ਹੁਣ ਉਸ ਤੋਂ ਬਾਅਦ ਜਦੋਂ ਬੋਰਵੈਲ ਬਣ ਗਿਆ, ਬੋਰਵੈਲ ਬਣਨ ਤੋਂ ਬਾਅਦ ਚਾਹੇ ਉਹਦੇ ਵਿੱਚ ਉਹਨੂੰ ਢੱਕਣਾ ਕਵਰ ਕਰਨਾ ਉਹਦੀ ਜ਼ਿੰਮੇਵਾਰੀ ਉਹਦੀ ਹੁੰਦੀ ਹੈ। ਹੁਣ ਤੁਸੀਂ ਦੇਖ ਰਹੇ ਹੋ ਜਿਹੜੀ FIR ਦਰਜ ਹੋਈ ਹੈ 304A ਦੀ, ਉਹਦੇ ਨਾਲ ਧਾਰਾ 188 ਵੀ ਦਰਜ ਹੋਈ ਹੈ। ਹੁਣ ਉਹਦੇ ਨਾਲ ਜਿਹੜੀ ਉਹਦੀ ਪਰਮਿਸ਼ਨਸ ਹੈਗੀਆਂ ਨਹੀਂ ਹੈਗੀਆਂ ਫਰਦਰ ਇਨਵੈਸਟੀਗੇਟ ਕੀਤਾ ਜਾਏਗਾ, ਚਾਹੇ ਉਹ ਢੱਕਣ ਲਗਾਇਆ ਚਾਹੇ ਨਹੀਂ ਲਗਾਇਆ। ਢੱਕਣ ਨਾ ਲਗਾਉਣ ਕਰਕੇ 304A ਲੱਗੀ ਹੈ, ਅਗਰ ਢੱਕਣ ਲੱਗਾ ਹੁੰਦਾ 304A ਨਹੀਂ ਲੱਗਣੀ ਸੀ। ਸੋ ਮੈਂ ਸਮਝਦਾ ਅਗਰ ਜਿਵੇਂ ਜਗਮੀਤ ਜੀ ਨੇ ਆਲਰੇਡੀ ਦੱਸਿਆ ਕਿ 304A ਵਰਗੇ ਕੇਸਿਸ ਦੇ ਵਿੱਚ ਜ਼ਿਆਦਾਤਰ ਰਾਜੀਨਾਮੇ ਹੋ ਜਾਂਦੇ ਨੇ। ਬਿਲਕੁਲ ਸੱਚ ਗੱਲ ਹੈ, ਜ਼ਿਆਦਾਤਰ ਚੱਲਦੇ ਸਮੇਂ ਲੰਬੇ ਸਮੇਂ ਤੱਕ ਲੋਕ ਕੀ ਕਰਦੇ ਨੇ 304A ਕੰਪਾਊਂਡ ਵਿੱਚ ਕੁਐਸਚਨਿੰਗ ਫਾਈਲ ਹੋ ਜਾਂਦੀ ਹੈ, ਰਾਜੀਨਾਮਾ ਹੋ ਜਾਂਦਾ, ਪਰਚੇ ਖਾਰਜ ਵੀ ਹੋ ਜਾਂਦੇ ਨੇ। ਸੋ ਮੈਂ ਸਮਝਦਾ ਕਿ ਲੋਕਾਂ ਨੂੰ ਇੱਕ ਇਹੋ ਜਿਹਾ ਇੱਕ ਇਨਸੀਡੈਂਟ, ਕਿਉਂਕਿ ਪ੍ਰਸ਼ਾਸਨ ਨੇ ਤਾਂ ਆਪਦੀ ਕਾਰਵਾਈ ਕਰ ਦਿੱਤੀ, 304A ਦਾ ਪਰਚਾ ਦਰਜ ਕਰਵਾਤਾ, ਹੁਣ ਉਸ ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਹੈ ਉੱਥੇ ਜਾ ਕੇ ਗਵਾਹੀ ਦੇਣ ਦੀ, ਉਸ ਕੇਸ ਨੂੰ ਪੂਰੀ ਤਰ੍ਹਾਂ ਲੜਨ ਦੀ, ਤਾਂ ਕਿ ਉਹਦੇ ਕਿਉਂਕਿ ਸਰਕਾਰ ਉਹਨਾਂ ਨੂੰ ਜਿਹੜੀ ਬਣਦੀ ਹਦਾਇਤਾਂ ਬਣਦੀ ਜਿਹੜੀ ਸਹਾਇਤਾ ਬਿਲਕੁਲ ਦੇਗੀ। ਹੁਣ ਗਵਾਹੀ ਦੇਣ ਵਾਸਤੇ ਪਰਿਵਾਰ ਨੂੰ ਖੁਦ ਆਉਣਾ ਪਊਗਾ, ਪਰਿਵਾਰ ਆਵੇ ਤਾਂ ਕਿ ਇਹੋ ਜਿਹੀ ਨਸੀਹਤ ਮਿਲੇ, ਸਜ਼ਾ ਇੱਕ ਨੂੰ ਹੋਵੇ, ਸੇਧ ਸਾਰੇ ਪੰਜਾਬ ਨੂੰ ਹਿੰਦੁਸਤਾਨ ਨੂੰ ਹੋਵੇ, ਤਾਂ ਕਿ ਅੱਗੋਂ ਤੋਂ ਇਹੋ ਜਿਹਾ ਕੋਈ ਵੀ ਕੰਮ ਨਾ ਹੋ ਸਕੇ। ਜੀ ਢਿੱਲੋਂ ਸਾਹਿਬ, ਮੇਰਾ ਸਵਾਲ ਤੁਹਾਨੂੰ ਆ ਕਿ ਮੰਨ ਲਿਆ ਕਿ ਆਪਾਂ ਪ੍ਰਸ਼ਾਸਨਿਕ ਤੌਰ ਦੇ ਉੱਤੇ ਉਹਦੀ ਪਰਮਿਸ਼ਨ ਲੈਣੀ ਪੈਂਦੀ ਆ, ਉੱਥੇ ਬਾਉਂਡਰੀ ਵੀ ਕਰ ਦਿੱਤੀ, ਪਰ ਫਿਰ ਵੀ ਆਪਾਂ ਮੰਨ ਕੇ ਚੱਲਦੇ 1% ਆਉਣ ਵਾਲੇ ਸਮੇਂ ਦੇ ਵਿੱਚ ਜੇ ਇਦਾਂ ਦੀ ਘਟਨਾ ਹੁੰਦੀ ਆ, ਸਾਨੂੰ NDRF ਦੇ ਇਲਾਵਾ ਹੋਰ ਕਿਹੜੇ, ਕਿਉਂਕਿ ਪੰਜਾਬ ਦੇ ਵਿੱਚ ਦੇਖੋ ਬੋਰਵੈਲ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜੋ ਮੇਰੇ ਕੋਲ ਅੰਕੜੇ ਪਏ ਆ ਕਿ ਦੇਸ਼ ਦੇ ਵਿੱਚ 28 ਕਰੋੜ ਦੇ ਕਰੀਬ ਬੋਰਵੈਲ ਲੱਗੇ ਹੋਏ ਆ, ਤੇ NDRF ਦੇ ਨਾਲ ਸਾਡੇ ਕੋਲ ਕੋਈ ਐਸਾ ਸਿਕਿਉਰਡ ਵੀ ਹੋਣਾ ਚਾਹੀਦਾ ਆ ਜਿਹੜਾ ਜੇ ਐਸੀ ਮੰਨ ਲਓ ਮੰਦਭਾਗੀ ਘਟਨਾ ਹੋਈ ਜਾਂਦੀ ਆ ਕਿ ਬੰਦੇ ਦੀ ਜਾਨ ਬਚਾਈ ਜਾ ਸਕੇ, ਉਹਦੇ ਲਈ ਕਿੱਦਾਂ ਦੇ ਪਲਾਨ ਤਿਆਰ ਹੋਣੇ ਚਾਹੀਦੇ ਆ? ਜੀ ਮੈਂ ਸਮਝਦਾ ਕਿ ਜਿਹੜੀ NDRF ਹੈ, ਜਦੋਂ ਕੋਈ ਐਸੀ ਘਟਨਾ ਸਭ ਤੋਂ ਪਹਿਲਾਂ ਤੇ ਵਾਪਰਦੀ ਹੈ, ਉਦੋਂ ਸਭ ਤੋਂ ਵੱਡੀ ਹੈ ਕਿ ਮਾਪਿਆਂ ਦੇ ਦਿਲਾਂ 'ਚ ਅਤੇ ਜਿੰਨੇ ਉੱਥੇ ਇੱਕ ਤਾਂ ਮੀਡੀਆ ਪਹੁੰਚ ਜਾਂਦਾ ਹੈ, ਪ੍ਰਸ਼ਾਸਨ ਪਹੁੰਚ ਜਾਂਦਾ ਹੈ, ਭਗਦੜ ਮਚ ਜਾਂਦੀ ਹੈ ਕਿ ਜਿੰਨੀ ਵਾਰ ਵੀ ਅਜਿਹੇ ਇੰਸੀਡੈਂਟ ਹੁੰਦੇ ਨੇ NDRF ਨੂੰ ਸੁਪਰੀਮ ਪਾਵਰ ਨਹੀਂ ਮਿਲਦੀ। NDRF ਦੇ ਲੋਕ ਕੁਝ ਕਹਿੰਦੇ ਨੇ, ਜਿਹੜੇ ਉਹਨਾਂ ਦੇ ਅਫਸਰ ਹੁੰਦੇ ਨੇ ਜਾਂ ਜਿਹੜੇ ਵੀ ਉੱਥੇ ਆਏ ਹੁੰਦੇ ਨੇ, ਉਹਨਾਂ ਦੀ ਸੁਣੀ ਨਹੀਂ ਜਾਂਦੀ। ਤੁਸੀਂ ਵੀ, ਤੁਹਾਡੇ ਚੈਨਲ ਵਾਲੇ ਵੀ ਕੱਲ ਉੱਥੇ ਸੀ, ਅਤੇ ਜਿਹੜੇ ਲੋਕਲ ਲੋਕ ਹੁੰਦੇ ਨੇ ਉਹ ਆਪਣੀਆਂ ਸਲਾਹਾਂ ਦਿੰਦੇ ਨੇ, ਮਾਪੇ ਆਪਣੇ ਹੁੰਦੇ ਨੇ। ਮੈਂ ਸਮਝਦਾ ਕਿ ਉਹਨਾਂ ਟੀਮ ਜਿਹੜੀ ਉੱਥੇ ਆਉਂਦੀ ਉਹਨਾਂ ਤੇ ਪ੍ਰੈਸ਼ਰ ਕ੍ਰੀਏਟ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਫੁੱਲ ਅਥਾਰਟੀ ਦਿੱਤੀ ਜਾਣੀ ਚਾਹੀਦੀ ਹੈ, ਉਹ ਸਾਰਾ ਏਰੀਆ ਸੀਜ਼ ਕਰਕੇ, ਅਤੇ NDRF ਦੀ ਟੀਮ ਦੀ ਗਿਣਤੀ ਜਿਹੜੀ ਉਹ ਵਧਾਈ ਜਾਣੀ ਚਾਹੀਦੀ ਹੈ। ਮੈਂ ਸਮਝਦਾ ਹਰ ਡਿਸਟ੍ਰਿਕਟ 'ਚ ਇਹ ਟੀਮ ਅਵੇਲੇਬਲ ਹੋਣੀ ਚਾਹੀਦੀ ਹੈ 24 ਆਵਰਸ ਕਿ ਜਦੋਂ ਵੀ ਲੋੜ ਪਵੇ ਤਾਂ ਉਹ ਇਮੀਡੀਏਟਲੀ ਵਿਦਿਨ 30 ਮਿੰਟਸ ਉੱਥੇ ਪਹੁੰਚ ਜਾਵੇ। NDRF ਦੇ ਕਿਤੇ ਨਾ ਕਿਤੇ ਸਾਡੇ ਕੋਲ ਗਿਣਤੀ ਬਹੁਤ ਘੱਟ ਹੈ ਇਸ ਟੀਮ ਦੀ, ਕਿ ਕੱਲ ਵੀ ਅਸੀਂ ਦੇਖੀ NDRF ਦੀ ਟੀਮ ਨੂੰ ਪਹੁੰਚਣ ਵਿੱਚ ਟਾਈਮ ਲੱਗ ਗਿਆ ਸੀ, ਅਤੇ ਜਦੋਂ ਤੱਕ ਪਹੁੰਚਦੇ ਨੇ ਉਹਨਾਂ ਤੱਕ ਕਾਫੀ ਦੇਰੀ ਹੋ ਜਾਂਦੀ ਹੈ। ਇੱਕ ਹੋਰ ਗੱਲ ਕਹੀ ਕਿ ਤੁਸੀਂ ਪਰਮਿਸ਼ਨ ਦਾ ਹੈ, ਤੇ ਬਟ ਸਾਡਾ ਇੱਕ ਸਮਾਜ ਦਾ ਤਾਣਾ ਬਾਣਾ ਅਜਿਹਾ ਹੈ ਕਿ ਰਿਐਲਿਟੀ ਹੈ ਕਿ ਅਗਰ ਅਸੀਂ ਪਰਮਿਸ਼ਨ ਲਈ ਜਾਵਾਂਗੇ, ਪਹਿਲਾਂ ਤਾਂ ਸਾਨੂੰ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਉੱਥੇ ਗੇੜੇ ਇਨਸਾਨ ਮਾਰਦਾ ਥੱਕ ਜਾਂਦਾ ਹੈ, ਫਿਰ ਉਹ ਮੌਕਾ ਵੇਖਣ ਆਉਂਦੇ ਨੇ। ਮੌਕਾ ਵੇਖਣ ਤੋਂ ਤੁਹਾਨੂੰ ਵੀ ਪਤਾ ਹੈ, ਤੁਸੀਂ ਵੀ ਸਮਾਜ 'ਚ ਰਹਿੰਦੇ ਹੋ, ਕਿ ਉਹਨਾਂ ਤੱਕ ਪਰਮਿਸ਼ਨ ਨਹੀਂ ਦਿੰਦੇ ਜਿੰਨਾ ਤੱਕ ਕਿਸੇ ਉਹ ਸਰਕਾਰੀ ਮੁਲਾਜ਼ਮ ਦੀ ਜੇਬ ਨਾ ਭਰੀ ਜਾਵੇ। ਤਾਂ ਇਸ ਸਾਰੇ ਤਾਣੇ ਬਾਣਿਆਂ ਤੋਂ ਬਚਣ ਦੇ ਲਈ ਜਿਹੜਾ ਵੀ ਬੋਰ ਕਰਦਾ ਹੈ ਚੁੱਪ ਕਰਕੇ ਬੋਰ ਕਰਾ ਲੈਂਦਾ ਹੈ ਤੇ ਕੰਮ ਖਤਮ ਕਰ ਦਿੰਦਾ ਹੈ ਕਿ ਮੈਂ ਜਾਊਂਗਾ ਕਿਸੇ ਨੂੰ ਪੈਸੇ ਦਊਂਗਾ। ਕਿਤੇ ਨਾ ਕਿਤੇ ਕਰਪਸ਼ਨ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਨੇ ਕਹੀ ਸੀ ਕਿ ਅਸੀਂ ਖਤਮ ਕਰ ਦਿੱਤੀ ਹੈ, ਅਗਰ ਉਹ ਰਿਐਲਿਟੀ ਵਿੱਚ ਇਸ ਨੂੰ ਖਤਮ ਕਰ ਦੇਣ ਤੇ ਮੈਂ ਸਮਝਦਾ ਅਜਿਹੀਆਂ, ਚਾਹੇ ਉਹ ਇਹ ਪਰਮਿਸ਼ਨ ਹੈ ਚਾਹੇ ਉਹ CLU ਦੀ ਪਰਮਿਸ਼ਨ ਹੈ, ਲੋਕ ਕਾਨੂੰਨ ਦੇ ਅੰਦਰ ਆ ਕੇ ਪਰਮਿਸ਼ਨਾਂ ਲੈ ਕੇ ਕੰਮ ਸ਼ੁਰੂ ਕਰ ਦੇਣਗੇ। ਬਟ ਸਾਡਾ ਸਰਕਾਰੀ ਤਾਣਾ ਬਾਣਾ ਇਦਾਂ ਦਾ ਹੈ, ਚਾਹੇ ਸਾਡੀ ਵੀ ਸਰਕਾਰ ਰਹੀ ਹੈ, ਬਟ ਉਹ ਇਦਾਂ ਦਾ ਹੈ ਕਿ ਲੋਕ ਸਰਕਾਰੀ ਦਫ਼ਤਰਾਂ 'ਚ ਜਾਣ ਤੋਂ ਝਿਜਕਦੇ ਨੇ, ਸਰਕਾਰੀ ਪਰਮਿਸ਼ਨਾਂ ਤੋਂ ਝਿਜਕਦੇ ਨੇ, ਤੇ ਤਾਂ ਅਜਿਹੇ ਕਈ ਗੈਰ ਕਾਨੂੰਨੀ ਕੰਮ ਹੋ ਜਾਂਦੇ ਨੇ। ਮੈਂ ਸਮਝਦਾ ਕੋਈ ਸਰਕਾਰ ਨੂੰ ਅਜਿਹਾ ਕਰਨਾ ਚਾਹੀਦਾ ਕਿ ਆਨਲਾਈਨ ਐਸਟੈਬਲਿਸ਼ਮੈਂਟ ਹੋਣੀ ਚਾਹੀਦੀ ਹੈ, ਨਾਲੇ ਦੀ ਫੀਸ ਵੀ ਚਾਹੇ ਉਹ ਲਾ ਦੇਣ 50 ਰੁਪਏ 100 ਰੁਪਏ ਪਰਮਿਸ਼ਨ ਦੀ, ਬਟ ਆਨਲਾਈਨ ਚਾਹੇ ਉਹ ਜਿੱਥੇ ਬੋਰ ਕਰਨਾ ਹੈ ਉਸ ਏਰੀਆ ਦੀਆਂ ਫੋਟੋਸ ਅਤੇ ਹੋਰ
ਕਿ ਈਜ਼ਲੀ ਅਸੀਂ ਬੋਰ ਕਰਨਾ ਹੈ, ਅਸੀਂ ਉੱਥੇ ਕੋਈ ਬਿਜ਼ਨਸ ਕਰਨਾ ਹੈ ਜਾਂ ਹਾਊਸ ਹੋਲਡ ਵਰਕ ਕਰਨਾ ਹੈ ਜਾਂ ਐਗਰੀਕਲਚਰ ਲੈਂਡ ਤੇ ਕਰਨਾ ਹੈ, ਉਹ ਅਪਲੋਡ ਕਰਕੇ ਸਾਰਾ ਆਨਲਾਈਨ ਕੰਮ ਕਰ ਦੇਣਾ ਚਾਹੀਦਾ, ਜਿਸ ਦੇ ਲਈ ਲੋਕ ਆਨਲਾਈਨ ਪਰਮਿਸ਼ਨ ਲੈਣ ਲਈ ਵੀ ਤਿਆਰ ਰਹਿਣਗੇ ਰੈਦਰ ਦੈਨ ਦਫ਼ਤਰਾਂ 'ਚ ਧੱਕੇ ਖਾਣ ਦੀ। ਜੀ ਸ਼ਸ਼ੀਵੀਰ ਜੀ, ਬੜੇ ਵਾਜਬ ਸਵਾਲ ਜਿਹੜੇ ਨੇ ਜਗਮੀਤ ਢਿੱਲੋਂ ਹੋਣਾ ਨੇ ਚੱਕੇ ਨੇ। ਮੈਨੂੰ ਲੱਗਦਾ ਵੀ ਇਹਨਾਂ ਦੇ ਉੱਤੇ ਵਾਕਈ ਕੰਮ ਹੋਣਾ ਚਾਹੀਦਾ। ਦੇਖੋ, ਘਟਨਾਵਾਂ ਅਸੀਂ ਕਹਿੰਦੇ ਕਿ ਘਟਨਾਵਾਂ ਨਾ ਹੋਣੀਆਂ ਵੀ ਨਹੀਂ ਚਾਹੀਦੀਆਂ, ਪਰ ਜੇ ਰੱਬ ਨਾ ਕਰੇ ਜੇ ਐਸੀ ਘਟਨਾ ਹੁੰਦੀ ਹੈ ਤੇ ਉਹਦੇ ਲਈ ਸਾਨੂੰ ਪਹਿਲਾਂ ਤਿਆਰ ਰਹਿਣਾ ਚਾਹੀਦਾ। ਜਿਹੜੇ ਜਗਮੀਤ ਢਿੱਲੋਂ ਹੋਣਾ ਨੇ ਸਵਾਲ ਚੱਕੇ ਨੇ, ਤੁਹਾਡਾ ਉਹਨਾਂ ਦੇ ਬਾਰੇ ਕੀ ਕਹਿਣਾ? ਤੁਸੀਂ ਸਰਕਾਰ ਚੋਂ ਜੀ ਇਸ ਗੱਲ ਤੋਂ ਬਿਲਕੁਲ ਕਿਨਾਰਾ ਨਹੀਂ ਕੀਤਾ ਜਾ ਸਕਦਾ ਕਿ ਜਿਹੜਾ ਸਰਕਾਰੀ ਸਿਸਟਮ ਹੈ, ਅਗਰ ਤੁਸੀਂ ਕੋਈ ਵੀ ਸਰਕਾਰੀ ਪਰਮਿਸ਼ਨ ਲੈਣ ਜਾਣੀ ਹੈ ਤੁਹਾਨੂੰ ਦਫ਼ਤਰ ਖੇਡਣਾ ਪੈਂਦਾ। ਕਈ ਪਰਮਿਸ਼ਨ ਹੁੰਦੀਆਂ ਨੇ, ਤੁਸੀਂ ਇੱਕ ਅਫਸਰ ਕੋਲੋਂ ਸਾਈਨ ਕਰਵਾਏ, ਦੈਨ ਉਸ ਤੋਂ ਨਿਚਲੇ ਅਫਸਰ ਕੋਲ, ਫਿਰ ਉਸ ਤੋਂ ਨੀਚੇ ਫਰਦਰ ਤੁਹਾਨੂੰ ਕਈ ਵਾਰੀ ਆਪ ਐਪਲੀਕੇਸ਼ਨਸ ਲੈ ਕੇ ਭੇਜਣਾ ਪੈਂਦਾ, ਜਿੱਥੋਂ ਕਿ ਆਮ ਆਦਮੀ ਜ਼ਿਆਦਾਤਰ ਗੁਰੇਜ਼ ਕਰਦਾ ਹੈ। ਸੋ ਆਮ ਆਦਮੀ ਪਾਰਟੀ ਆਲਰੇਡੀ ਇੱਥੇ ਵਰਕਿੰਗ ਕਰ ਰਹੀ ਹੈ। ਅਸੀਂ ਵਨ ਵਿੰਡੋ ਸਰਵਿਸ ਆਲਰੇਡੀ ਲੈ ਕੇ ਆ ਰਹੇ ਹਾਂ। ਕਿਸੇ ਵੀ ਕੰਮ ਵਾਸਤੇ ਤੁਸੀਂ ਇੱਕੋ ਵਿੰਡੋ ਦੇ ਉੱਤੇ ਤੁਹਾਨੂੰ ਇੱਕੋ ਹੀ ਸਿਸਟਮ ਜਾਂ ਇੱਕੋ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਹਾਡਾ ਕੰਮ ਹੋ ਸਕੇ ਸੁਖਾਲਾ, ਅਸੀਂ ਉਹਦੇ ਤੇ ਵੀ ਆਲਰੇਡੀ ਵਰਕਿੰਗ ਕਰ ਰਹੇ ਹਾਂ। ਬਲੂਪ੍ਰਿੰਟ ਆਲਰੇਡੀ ਰੈਡੀ ਕਰ ਚੁੱਕੇ ਹਾਂ, ਜਲਦੀ ਹੀ ਉਹਨੂੰ ਵੀ ਲਾਂਚ ਕੀਤਾ ਜਾਏਗਾ, ਕਿਉਂਕਿ ਕੋਈ ਵੀ ਪ੍ਰੋਫੈਸ਼ਨ ਹੈ, ਕੋਈ ਵੀ ਕਿੱਤਾ ਹੈ, ਉਹ ਕਿਤੇ ਨਾ ਕਿਤੇ ਸਰਕਾਰ ਦੇ ਨਾਲ ਜੁੜਦਾ ਜ਼ਰੂਰ ਹੈ। ਕੋਈ ਵੀ ਪਰਮਿਸ਼ਨਸ ਲੈਣੀ ਹੈ, ਕੋਈ ਕੰਮ ਸਟਾਰਟ ਕਰਨਾ, ਸਰਕਾਰ ਦੇ ਕੋਲ ਪਰਮਿਸ਼ਨ ਦਾ ਕਿਤੇ ਨਾ ਕਿਤੇ ਉਹਨੂੰ ਆਉਣਾ ਹੀ ਪੈਂਦਾ ਹੈ। ਹਾਂ, ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਾਰੀ ਗੁੰਝਲਾਂ ਹੀ ਇੰਨੀਆਂ ਹੁੰਦੀਆਂ ਨੇ, ਕਈ ਵਾਰੀ ਬੰਦਾ ਉਸ ਗੁੰਝਲ ਤੇ ਮਾਰੇ ਹੀ ਕੁਛ ਆਪਣਾ ਸਮਾਂ ਨਾ ਖਰਾਬ ਹੋਵੇ, ਉਸ ਕਰਕੇ ਵੀ ਕਈ ਵਾਰੀ ਸਰਕਾਰ ਦੀ ਪਰਮਿਸ਼ਨਾਂ ਨਹੀਂ ਲੈਂਦੇ ਨੇ। ਸੋ ਇਸ ਗੱਲ ਐਗਰੀ ਕਰਦਾ, ਅਸੀਂ ਆਲਰੇਡੀ ਉੱਤੇ ਵਰਕਿੰਗ ਕਰ ਰਹੇ ਹਾਂ। ਵਨ ਵਿੰਡੋ ਸਰਵਿਸ ਆਲਰੇਡੀ ਪਲਾਨ ਆ ਰਿਹਾ ਹੈ, ਜਲਦੀ ਹੀ ਉਸ ਆਲਰੇਡੀ ਮੁਕੰਮਲ ਕਰਕੇ ਗਰਾਊਂਡ ਲੈਵਲ ਤੇ ਉਤਾਰਿਆ ਜਾਏਗਾ। ਜੀ ਅਸੀਂ ਤਾਂ ਇਹੀ ਉਮੀਦ ਕਰਦੇ ਹਾਂ, ਇੰਡੀਆ ਨਿਊਜ਼ ਪੰਜਾਬ ਇਹੀ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸੀ ਕੋਈ ਘਟਨਾ ਨਾ ਵਾਪਰੇ ਔਰ ਸਰਕਾਰ ਦੇ ਵੱਲੋਂ ਕੋਈ ਅੱਛੇ ਕਾਨੂੰਨ ਬਣਾਏ ਜਾਣ, ਹੋਰ ਅੱਛੇ ਕਾਨੂੰਨ ਬਣਾਏ ਜਾਣ, ਜਿਹਦੇ ਤੇ ਜਿਨ੍ਹਾਂ ਦੇ ਅੰਦਰ ਲੋਕਾਂ ਦੇ ਅੰਦਰ ਡਰ ਜ਼ਰੂਰ ਹੋਣਾ ਚਾਹੀਦਾ। ਕਾਨੂੰਨ ਦਾ ਜੇ ਥੋੜਾ ਜਿਹਾ ਡਰ ਲੋਕਾਂ ਦੇ ਅੰਦਰ ਹੋਵੇ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਐਸੀਆਂ ਘਟਨਾਵਾਂ ਨਾ ਹੋਣ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸ਼ਸ਼ੀਵੀਰ ਜੀ ਸਾਡੇ ਨਾਲ ਜੁੜੇ ਔਰ ਜਗਮੀਤ ਢਿੱਲੋਂ ਜੀ ਸਾਡੇ ਨਾਲ ਜੁੜੇ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਔਰ ਸ਼ਾਂਤ ਮਾਹੌਲ ਦੇ ਵਿੱਚ ਅੱਜ ਐਸੀ ਵੱਡੀਆਂ ਗੱਲਾਂ ਕੀਤੀਆਂ ਨੇ, ਜਿਹੜੀਆਂ ਕਿ ਸਾਨੂੰ ਲੱਗਦਾ ਵੀ ਆਮ ਲੋਕਾਂ ਤੱਕ ਪਹੁੰਚਣੀਆਂ ਬੜੀਆਂ ਜ਼ਰੂਰੀ ਨੇ। ਜੇ ਜਿਹੜੇ ਲੋਕ ਵੀ ਇਹ ਡਿਬੇਟ ਦੇਖ ਰਹੇ ਨੇ ਔਰ ਉਹਨਾਂ ਦੇ ਕੋਲ ਐਸੀ ਸੁਵਿਧਾ ਉਪਲਬਧ ਹੈ, ਉਹਨਾਂ ਦੇ ਬੋਰਵੈਲ ਲੱਗੇ ਹੋਏ ਨੇ ਜਾਂ ਉਹਨਾਂ ਦਾ ਐਸਾ ਕੰਮ ਹੈ, ਤੇ ਮੈਨੂੰ ਲੱਗਦਾ ਕਿ ਇਸ ਡਿਬੇਟ ਤੋਂ ਬਾਅਦ ਉਹਨਾਂ ਨੂੰ ਬਹੁਤ ਕੁਝ ਐਸੀਆਂ ਨਵੀਆਂ ਚੀਜ਼ਾਂ ਮਿਲਣਗੀਆਂ ਜਿਨ੍ਹਾਂ ਦੇ ਉੱਤੇ ਕੰਮ ਕਰਕੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਈ ਜਾਨਾਂ ਨੂੰ ਬਚਾ ਸਕਦੇ ਨੇ। ਹੋਰ ਖਬਰਾਂ ਦੇਖਣ ਲਈ ਬਣੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਧੰਨਵਾਦ।